जिसने अपनी जान दे के सानू जान दिती। प्यारे प्रभु, कौन तेरे नजदीक आ सकता? कौन प्रभु जी तेरे तेरे नाम नू अपने बुल्लां दे उत्ते लिया सकता? कोई भी नहीं। ये तेरा शुक्र कर दें प्रभु जी कि तू अपना पुत्र दे के सानू अपने पुत्र तियां बनाया। और अज प्रभु जी असी यसु मसीह दा लहू ओढ़ के उसके नाम दे विच अपने आप नू छुपा के और उसके प्यार दे विच खुदावंद असी तेरे उस दरवाजे दे राही लंघदे हां चारा पाउण दे लई, जो प्रभु जी जिथे तेरी हजूरी भरी पई है, जिथे सच्ची कम्यूनियन प्रभु जी हुंदी आ। तेरा अदन दा बाग जिथों प्रभु जी कढ दिते गए सी, हुण उस दरवाजा द्वारा खुला ताकि असी तेरी हजूरी दे विच आ सकीए और तेरी हजूरी तो माला माल होइए। प्यारे प्रभु, खाली भांडे लैके असी तेरे कोल आए हैं। एक बार फिर प्रभु जी तू इन्हां नूं भरना अपनी रूह दे नाल, अपनी आत्मा दे नाल प्रभु जी तू सानू सिखाउणा, अपनी नजदीकी दे नाल प्रभु जी तू तू साडे उत्ते अपना रहम करना, दया करनी। प्यारे प्रभु, इस सारे समय नूं मैं तेरे पवित्र हत्थां दे विच दिन्ना और मैं अपने भैन भरावां नूं तेरे खून दे विच छुपाउणा। साडे अंदर दे कन खोल, साडे अंदर दियां अखां खोल, ताकि प्रभु जी असीं तेरा वचन नजदीकी दे नाल देखिए और प्रभु जी जिस दे नाल साडी आत्मा नूं सामर्थ मिले, ताकत मिले। इस समय नूं प्रभु जी मैं तेरे पवित्र हत्थां च दिन्ना, मसीह यसू दे मिठे और प्यारे नाम च। सारे भैन भरा कहण आमीन। ब्लेस यू। खुदावंद तुहानूं बरकत दे और तुहाडे सारिआं दे नाल बणिया रहे। आओ असीं प्रभु दे शब्द दे विच चलिए। असीं जबूर 124 दे विच जावांगे और 124 जबूर तो असीं अज दा दिन शुरू करांगे। Psalm 124 जिस नूं मिल जाए पढ़दे पास्टर जी। हाँ जी। 951 पेज। जय मसीह दी सारिआं नूं। परमेशर ਆਪਣੇ ਲੋਕਾਂ ਦਾ ਮੁਕਤੀ ਦਾਤਾ। ਜੇਕਰ ਪ੍ਰਭੂ ਸਾਡੀ ਵੱਲ ਨਾ ਹੁੰਦਾ, ਇਸਰਾਇਲ ਕੌਮ ਇਸ ਉੱਤਰ ਦੇਵੇ। ਜੇਕਰ ਪ੍ਰਭੂ ਸਾਡੀ ਵੱਲ ਨਾ ਹੁੰਦਾ, ਜਦੋਂ ਵੈਰੀ ਸਾਡੇ ਵਿਰੁੱਧ ਉੱਠੇ ਸਨ, ਤਾਂ ਉਹ ਸਾਨੂੰ ਜਿਉਂਦਿਆਂ ਹੀ ਚਬਾ ਜਾਂਦੇ। ਉਹਨਾਂ ਦਾ ਗੁੱਸਾ ਉਸ ਸਮੇਂ ਸਾਡੇ ਵਿਰੁੱਧ ਭੜਕਿਆ ਸੀ, ਤਾਂ ਪਾਣੀ ਸਾਨੂੰ ਰੋੜ ਕੇ ਲੈ ਗਏ ਹੁੰਦੇ ਅਤੇ ਜ਼ੋਰਦਾਰ ਛੱਲਾਂ ਸਾਡੇ ਉੱਤੋਂ ਦੀ ਲੰਘ ਗਈਆਂ ਹੁੰਦੀਆਂ, ਤਾਂ ਭਿਆਨਕ ਪਾਣੀ ਸਾਡੇ ਉੱਤੋਂ ਦੀ ਲੰਘ ਗਏ ਹੁੰਦੇ। ਪ੍ਰਭੂ ਦਾ ਧੰਨਵਾਦ ਹੋਵੇ, ਜਿਸ ਨੇ ਸਾਨੂੰ ਸਾਡੇ ਵੈਰੀਆਂ ਦੇ ਹੱਥੀਂ ਨਹੀਂ ਸੌਂਪਿਆ ਹੈ। ਚਿੜੀ ਦੇ ਜਾਲ ਵਿੱਚੋਂ ਵਾਂਗ ਅਸੀਂ ਵੀ ਬਚ ਗਏ। ਉਹਨਾਂ ਦੇ ਜਾਲ ਟੁੱਟ ਗਏ ਅਤੇ ਅਸੀਂ ਬਚ ਗਏ। ਸਾਡੀ ਮਦਦ ਪ੍ਰਭੂ ਦੇ ਨਾਂ ਤੋਂ ਹੈ, ਜਿਸ ਨੇ ਸਵਰਗ ਅਤੇ ਧਰਤੀ ਬਣਾਏ ਹਨ। ਆਮੀਨ। ਸੋ ਇਹ ਬੇਸਿਕਲੀ ਜਬੂਰ ਜਿਹੜਾ ਦਾਊਦ ਦਾ ਅਖੀਰਲੇ ਦਿਨਾਂ ਦਾ ਜਬੂਰ ਆ, ਉਸਨੇ ਸੰਗਤ ਸਾਰੀ ਇਕੱਠੀ ਹੋਈ ਆ। ਜਿਹੜਾ ਸੋਲੋਮਨ ਨੂੰ ਰਾਜਾ ਹੋਣ ਦੇ ਲਈ ਚੁਣ ਲਿਆ ਗਿਆ, ਪਰ ਉਹ ਹਾਲੇ ਰਾਜਾ ਬਣਾਇਆ ਨਹੀਂ ਗਿਆ। ਉਹ ਅਸੀਂ ਜਿਸਲੇ ਵਚਨ ਦੇ ਵਿੱਚ ਜਾਵਾਂਗੇ ਤਾਂ ਉੱਥੇ ਜਾ ਕੇ ਦੇਖਾਂਗੇ। ਉਹ ਬੜੀ ਹੀ ਪਿਆਰੀ ਇਵੈਂਟ ਆ ਜਿਸ ਵੇਲੇ ਉਸਨੂੰ ਰਾਜਾ ਬਣਾਇਆ ਜਾਣਾ। ਇਹ ਇੱਕ ਬਰਕਤ ਵਾਲਾ ਦਿਨ ਇੱਕ ਬਾਪ ਦੇ ਲਈ ਹੋਣਾ। ਸੋ ਆਓ ਅਸੀਂ ਇਸ ਜਬੂਰ ਦੇ ਵਿੱਚ ਉਹਨਾਂ ਨੂੰ ਇਹ ਦੱਸਦਾ ਪਿਆ ਕਿ ਇਹ ਇਜ਼ਰਾਈਲ, ਅਗਰ ਪ੍ਰਭੂ ਸਾਡੇ ਨਾਲ ਨਾ ਹੁੰਦਾ ਸਾਡੀ ਹਾਲਤ ਕੀ ਹੁੰਦੀ। ਸਾਨੂੰ ਉਹ ਚਬਾ ਜਾਂਦੇ, ਦੁਸ਼ਮਣ ਜਿੰਨੇ ਸੀ ਸਾਨੂੰ ਚਬਾ ਜਾਂਦੇ, ਪਰ ਪ੍ਰਭੂ ਦਾ ਰਹਿਮ ਆ ਕਿ ਉਹ ਸਾਡੇ ਨਾਲ ਅੱਜ ਦਾ ਚਿੜੀ ਜਾਲ ਦੇ ਵਿੱਚੋਂ ਛੁੱਟ ਜਾਂਦੇ। ਇਸੇ ਤਰ੍ਹਾਂ ਪ੍ਰਭੂ ਨੇ ਸਾਨੂੰ ਬਚਾਇਆ, ਇਸੇ ਤਰ੍ਹਾਂ ਪ੍ਰਭੂ ਨੇ ਸਾਡੇ ਉੱਤੇ ਕਿਰਪਾ ਕੀਤੀ। ਸੋ ਆਓ ਅਸੀਂ ਚਲੀਏ ਪਹਿਲਾ ਇਤਿਹਾਸ ਉਸਦਾ 29ਵਾਂ ਭਾਵ 1 ਤੋਂ 19 ਆਇਤ। ਅਸੀਂ ਕੱਲ ਤੋਂ ਅਸੀਂ ਪਹਿਲੇ ਇਤਿਹਾਸ ਦੇ ਵਿੱਚ ਚੱਲਦੇ ਪਏ ਹਾਂ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਆ ਜਿਹੜੀਆਂ ਸੈਕੰਡ ਸੈਮੂਅਲ ਦੇ ਵਿੱਚ, ਫਸਟ ਔਰ ਸੈਕੰਡ ਸੈਮੂਅਲ ਦੇ ਵਿੱਚ ਸਾਨੂੰ ਨਹੀਂ ਮਿਲਦੀਆਂ। ਉਹਨਾਂ ਨੂੰ ਹੁਣ ਅਸੀਂ ਦੇਖਦੇ ਪਏ ਹਾਂ ਕਿ ਦਾਊਦ ਨੇ ਅਖੀਰਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਉਹ ਸਾਰੀ ਤਿਆਰੀ ਕਰਦਾ ਪਿਆ। ਸੋ ਅਸੀਂ ਜਾਵਾਂਗੇ ਪਹਿਲਾ ਇਤਿਹਾਸ, First Chronicle chapter 29 642 ਸਫਾ। ਮੈਂ ਪੜ੍ਹਦੇ ਪਾਸਟਰ ਜੀ, ਕਿੱਥੇ ਤੱਕ ਪੜ੍ਹਨਾ? 1 ਤੋਂ ਲੈ ਕੇ 19 ਆਇਤ ਤੱਕ। ਠੀਕ ਹੈ ਜੀ। ਸਾਰਿਆਂ ਨੂੰ ਜੈ ਮਸੀਹ ਦੀ। ਸਫਾ ਹੈਗਾ 642, ਮੰਦਰ ਦੀ ਇਮਾਰਤ ਲਈ ਦਾਨ। ਤਦ ਰਾਜਾ ਦਾਊਦ ਨੇ ਪੂਰੀ ਇਸਰਾਈਲੀ ਸੰਗਤ ਨੂੰ ਕਿਹਾ, ਪਰਮੇਸ਼ਰ ਨੇ ਮੇਰੇ ਪੁੱਤਰ ਸੁਲੇਮਾਨ ਨੂੰ ਚੁਣਿਆ ਹੈ, ਪਰ ਉਹ ਅਜੇ ਬਾਲਕ ਹੈ
ਅਤੇ ਬਹੁਤ ਅਨੁਭਵੀ ਨਹੀਂ ਹੈ, ਪਰ ਕੰਮ ਬਹੁਤ ਵੱਡਾ ਹੈ, ਕਿਉਂਕਿ ਇਹ ਮਨੁੱਖਾਂ ਦੇ ਰਹਿਣ ਲਈ ਮਹਿਲ ਨਹੀਂ ਹੈ, ਸਗੋਂ ਪ੍ਰਭੂ ਪਰਮੇਸ਼ਰ ਦਾ ਮੰਦਰ ਹੈ। ਮੈਂ ਪੂਰੀ ਕੋਸ਼ਿਸ਼ ਕਰਕੇ ਇਹ ਸਮਾਨ ਮੰਦਰ ਦੇ ਲਈ ਤਿਆਰ ਕੀਤਾ ਹੈ। ਸੋਨਾ, ਚਾਂਦੀ, ਕੈਹਾਂ, ਲੋਹਾ, ਦਿਆਰ, ਬਲੌਰ ਪੱਥਰ, ਹੀਰੇ, ਅਣਮੋਲ ਪੱਥਰ ਅਤੇ ਬਹੁਤ ਸਾਰਾ ਸੰਗਮਰਮਰ। ਇਸ ਤੋਂ ਇਲਾਵਾ ਮੈਂ ਆਪਣੇ ਵਿਅਕਤੀਗਤ ਧਨ ਵਿੱਚੋਂ ਬਹੁਤ ਸਾਰਾ ਸੋਨਾ ਚਾਂਦੀ ਦਿੱਤਾ ਹੈ, ਕਿਉਂਕਿ ਮੈਂ ਪਰਮੇਸ਼ਰ ਨੂੰ ਪਿਆਰ ਕਰਦਾ ਹਾਂ। ਮੈਂ 1 ਲੱਖ ਕਿਲੋ ਸ਼ੁੱਧ ਸੋਨਾ ਅਤੇ 2.5 ਲੱਖ ਕਿਲੋ ਸ਼ੁੱਧ ਚਾਂਦੀ ਦਿੱਤੀ ਹੈ। ਇਹ ਸਭ ਦੀਵਾਰਾਂ ਉੱਤੇ ਮੜਨ ਲਈ ਅਤੇ ਉਹਨਾਂ ਚੀਜ਼ਾਂ ਲਈ ਹੈ ਜੋ ਕਾਰੀਗਰ ਲੋਕ ਬਣਾਉਣਗੇ। ਹੁਣ ਕੌਣ ਤੁਹਾਡੇ ਵਿੱਚੋਂ ਪ੍ਰਭੂ ਨੂੰ ਖੁੱਲੇ ਦਿਲ ਨਾਲ ਭੇਂਟ ਕਰਾਂਗਾ। ਤਦ ਕੁੱਲਾਂ ਦੇ ਆਗੂਆਂ, ਕਬੀਲਿਆਂ ਦੇ ਅਧਿਕਾਰੀਆਂ ਅਤੇ ਸੈਨਾਪਤੀਆਂ ਤੇ ਸ਼ਾਹੀ ਧਨ ਮਾਲ ਦੇ ਪ੍ਰਬੰਧਕਾਂ ਨੇ ਖੁਸ਼ੀ ਨਾਲ ਇਹ ਕੁਝ ਮੰਦਰ ਲਈ ਭੇਂਟ ਕੀਤਾ। 2.25 ਲੱਖ ਕਿਲੋ ਸੋਨਾ, 10,000 ਸੋਨੇ ਦੇ ਸਿੱਕੇ, 3.5 ਲੱਖ ਕਿਲੋ ਚਾਂਦੀ, 6 ਲੱਖ ਕਿਲੋ ਕੈਹਾਂ ਅਤੇ 35 ਲੱਖ ਕਿਲੋ ਲੋਹਾ, ਜਿਨ੍ਹਾਂ ਕੋਲ ਅਨਮੋਲ ਪੱਥਰ ਸਨ। ਉਹਨਾਂ ਨੇ ਉਹ ਗੇਰਸ਼ੋਨ ਕੁਲ ਦੇ ਯਹੀਏਲ ਦੀ ਹੱਥੀਂ ਪ੍ਰਭੂ ਦੇ ਮੰਦਰ ਦੇ ਖਜ਼ਾਨੇ ਵਿੱਚ ਦੇ ਦਿੱਤੇ। ਸੋ ਲੋਕਾਂ ਨੇ ਖੁਸ਼ੀ ਨਾਲ ਪ੍ਰਭੂ ਨੂੰ ਇਹ ਸਭ ਭੇਂਟ ਕੀਤਾ ਅਤੇ ਸਭ ਲੋਕ ਖੁਸ਼ ਸਨ ਕਿ ਇੰਨਾ ਕੁਝ ਦਿੱਤਾ ਗਿਆ ਹੈ। ਰਾਜਾ ਦਾਊਦ ਵੀ ਬੇਅੰਤ ਖੁਸ਼ ਸੀ। ਦਾਊਦ ਪਰਮੇਸ਼ਰ ਦੀ ਵਡਿਆਈ ਕਰਦਾ ਹੈ। ਤਦ ਦਾਊਦ ਨੇ ਸਾਰੀ ਸੰਗਤ ਦੇ ਸਾਹਮਣੇ ਇਹ ਕਹਿ ਕੇ ਪ੍ਰਭੂ ਦੀ ਵਡਿਆਈ ਕੀਤੀ, ਤੂੰ ਅਨੰਤ ਕਾਲ ਤੱਕ ਧੰਨ ਹੈ। ਹੇ ਸਾਡੇ ਪੁਰਖੇ ਇਸਰਾਇਲ ਦੇ ਪ੍ਰਭੂ ਪਰਮੇਸ਼ਰ, ਵਡਿਆਈ, ਸ਼ਕਤੀ, ਮਹਿਮਾ, ਜਿੱਤ ਅਤੇ ਮਹਾਨਤਾ ਤੇਰੀ ਹੀ ਹੈ। ਤੂੰ ਸਭ ਉੱਤੇ ਰਾਜ ਕਰਦਾ ਅਤੇ ਸਭ ਤੋਂ ਉੱਚਾ ਹੈ। ਧਨ ਤੇ ਆਦਰ ਤੇਰੇ ਤੋਂ ਹੀ ਮਿਲਦੇ ਹਨ। ਤੂੰ ਹਰ ਚੀਜ਼ ਉੱਤੇ ਬਲ ਤੇ ਸ਼ਕਤੀ ਨਾਲ ਰਾਜ ਕਰਦਾ ਹੈ। ਤੂੰ ਕਿਸੇ ਨੂੰ ਵੀ ਵੱਡਾ ਜਾਂ ਬਲੀ ਬਣਾਉਣ ਦੇ ਯੋਗ ਹੈ। ਹੁਣ ਸਾਡੇ ਪਰਮੇਸ਼ਰ, ਅਸੀਂ ਤੇਰਾ ਧੰਨਵਾਦ ਕਰਦੇ ਅਤੇ ਤੇਰੇ ਮਹਾਨ ਨਾਂ ਦੀ ਵਡਿਆਈ ਕਰਦੇ ਹਾਂ। ਪ੍ਰਭੂ, ਮੈਂ ਤੇ ਮੇਰੇ ਲੋਕ ਖੁਸ਼ੀ ਨਾਲ ਤੈਨੂੰ ਕੁਝ ਨਹੀਂ ਦੇ ਸਕਦੇ ਹਾਂ, ਕਿਉਂਕਿ ਸਭ ਕੁਝ ਤਾਂ ਤੇਰੇ ਤੋਂ ਹੀ ਸਾਨੂੰ ਮਿਲਿਆ ਹੈ। ਇਸ ਲਈ ਅਸੀਂ ਤੈਨੂੰ ਤੇਰੇ ਦਿੱਤੇ ਹੋਏ ਵਿੱਚੋਂ ਹੀ ਦੇ ਰਹੇ ਹਾਂ। ਹੇ ਪ੍ਰਭੂ, ਤੂੰ ਜਾਣਦਾ ਹੈ ਕਿ ਤੇਰੇ ਸਾਹਮਣੇ ਅਸੀਂ ਆਪਣੇ ਪੁਰਖਿਆਂ ਵਾਂਗ ਪਰਦੇਸੀ ਤੇ ਪ੍ਰਵਾਸੀ ਹਾਂ। ਇਸ ਧਰਤੀ ਉੱਤੇ ਸਾਡੀ ਉਮਰ ਇੱਕ ਛਾਇਆ ਦੇ ਬਰਾਬਰ ਹੈ ਅਤੇ ਅੰਤ ਅਸੀਂ ਇੱਥੋਂ ਜਾਣਾ ਹੀ ਹੈ। ਹੇ ਪ੍ਰਭੂ ਸਾਡੇ ਪਰਮੇਸ਼ਰ, ਇਹ ਸਭ ਬਹੁਤਾਤ ਵਿੱਚ ਧਨ ਮਾਲ ਅਸੀਂ ਤੇਰੇ ਮੰਦਰ ਲਈ ਦਿੱਤਾ ਹੈ। ਇਹ ਸਭ ਕੁਝ ਤੇਰਾ ਹੈ ਅਤੇ ਤੇਰੇ ਤੋਂ ਹੀ ਸਾਨੂੰ ਮਿਲਿਆ ਸੀ। ਮੈਂ ਜਾਣਦਾ ਹਾਂ ਕਿ ਤੂੰ ਦਿਲਾਂ ਨੂੰ ਪਰਖਦਾ ਹੈ ਅਤੇ ਸਚਾਈ ਪਸੰਦ ਕਰਦਾ ਹੈ। ਇਸ ਲਈ ਮੈਂ ਆਪਣੇ ਖਰੇ ਮਨ ਨਾਲ ਖੁਸ਼ੀ ਨਾਲ ਇਹ ਸਭ ਤੈਨੂੰ ਭੇਂਟ ਕੀਤਾ ਹੈ। ਮੈਂ ਇਹ ਵੀ ਦੇਖਿਆ ਹੈ ਤੇਰੇ ਲੋਕ ਜੋ ਇੱਥੇ ਇਕੱਠੇ ਹੋਏ ਹਨ, ਉਹ ਕਿਸ ਤਰ੍ਹਾਂ ਖੁਸ਼ੀ ਦੇ ਨਾਲ ਤੇਰੇ ਕੋਲ ਭੇਟਾ ਲੈ ਕੇ ਆਏ ਹਨ। ਹੇ ਪ੍ਰਭੂ ਸਾਡੇ ਪੁਰਖਿਆਂ ਅਬਰਾਹਮ, ਇਸਹਾਕ ਤੇ ਯਕੂਬ ਦੇ ਪਰਮੇਸ਼ਰ, ਤੂੰ ਆਪਣੇ ਲੋਕਾਂ ਦੇ ਦਿਲਾਂ ਵਿੱਚ ਇਹੋ ਜਿਹੇ ਵਿਚਾਰ ਤੇ ਭਾਵਨਾਵਾਂ ਹਮੇਸ਼ਾ ਬਣਾਈ ਰੱਖ। ਤੂੰ ਉਹਨਾਂ ਦੇ ਮਨਾਂ ਨੂੰ ਹਮੇਸ਼ਾ ਆਪਣੇ ਬਣਾਈ ਰੱਖ। ਤੂੰ ਮੇਰੇ ਪੁੱਤਰ ਸੁਲੇਮਾਨ ਦੇ ਨਾਲ ਹੋ ਕੇ ਉਹ ਤੇਰੇ ਦਿੱਤੇ ਸਭ ਹੁਕਮਾਂ, ਸਾਖੀਆਂ ਤੇ ਵਿਧੀਆਂ ਦੀ ਪੂਰੀ ਤਰ੍ਹਾਂ ਨਾਲ ਪਾਲਣਾ ਕਰੇ ਅਤੇ ਉਹ ਇਸ ਮੰਦਰ ਨੂੰ ਉਸਾਰੇ ਜਿਸ ਦੇ ਲਈ ਮੈਂ ਇਹ ਸਭ ਤਿਆਰੀ ਕੀਤੀ ਹੈ। ਇੱਥੇ ਤੱਕ ਕਿ ਅੱਗੇ ਵੀ ਪੜ੍ਹਨਾ ਜੀ? ਇੱਥੇ ਤੱਕ ਜੀ। ਸੋ ਦਾਊਦ ਨੇ ਪ੍ਰਭੂ ਦੀ ਪ੍ਰਸ਼ੰਸਾ ਕੀਤੀ ਔਰ ਪ੍ਰਭੂ ਦੇ ਅੱਗੇ ਦੁਆ ਕੀਤੀ। ਔਰ ਉਸ ਤੋਂ ਬਾਅਦ ਜਿਸਲੇ ਦਾਊਦ ਨੇ ਸਾਰੀ ਸੰਗਤ ਨੂੰ ਕਿਹਾ ਕਿ ਪ੍ਰਭੂ ਦੇ ਨਾਮ ਨੂੰ ਧੰਨ ਕਹੋ, ਤੇ ਉਹਨਾਂ ਨੇ ਪ੍ਰਭੂ ਦੇ ਨਾਮ ਨੂੰ ਧੰਨ ਕਿਹਾ। ਲੇਕਿਨ ਇੱਥੇ ਦਾਊਦ ਨੇ ਬੇਸਿਕਲੀ ਚੀਜ਼ਾਂ ਜਿਹੜੀਆਂ ਸਾਰੀਆਂ ਦੀਆਂ ਸਾਰੀਆਂ ਆ, ਉਹ ਸੁਲੇਮਾਨ ਦੇ ਹੱਥਾਂ ਦੇ ਵਿੱਚ ਦੇਣੀਆਂ ਸ਼ੁਰੂ ਕਰ ਦਿੱਤੀਆਂ ਬਜ਼ੁਰਗਾਂ ਦੇ ਸਾਹਮਣੇ। ਸੋ ਉਸਨੇ ਇਹ ਕਰਕੇ ਸੁਲੇਮਾਨ ਨੂੰ ਉਹ ਅਧਿਕਾਰ ਦੇਣੇ ਸ਼ੁਰੂ ਕਰ ਦਿੱਤੇ। ਸੋ ਆਓ ਇੱਥੇ ਜਿਹੜਾ ਜ਼ਬੂਰ ਦਾਊਦ ਨੇ ਗਾਇਆ ਸੁਲੇਮਾਨ ਦੇ ਲਈ, ਉਹ ਹੈ ਸਾਮ 72। ਜ਼ਬੂਰ 72 ਇੱਥੇ ਲਿਖ ਲਓ ਤੁਸੀਂ, ਤਾਂ ਕਿ ਇਹ ਜ਼ਬੂਰ ਬਿਲਕੁਲ ਇੱਥੇ ਸਹੀ ਫਿੱਟ ਹੁੰਦਾ। ਪਾਸਟਰ ਜੀ, ਹਾਂਜੀ, ਰਾਜਾ ਦੇ ਲਈ ਪ੍ਰਾਰਥਨਾ। ਸੁਲੇਮਾਨ ਦਾ ਗੀਤ।
ਸਫਾ ਹੈਗਾ 892। ਹਾਂਜੀ। हे परमेश्वर, ਰਾਜਾ ਨੂੰ ਤੂੰ ਨਿਆਂ ਕਰਨਾ ਸਿਖਾ ਅਤੇ ਧਰਮ ਦੀ ਸਿੱਖਿਆ ਰਾਜ ਪੁੱਤਰ ਨੂੰ ਦੇ। ਉਹ ਤੇਰੇ ਲੋਕਾਂ ਦਾ ਨਿਆਂ ਸੱਚਾਈ ਦੇ ਆਧਾਰ ਤੇ ਅਤੇ ਗਰੀਬਾਂ ਦਾ ਨਿਰਪੱਖ ਹੋ ਕੇ ਕਰੇ। ਪਹਾੜ ਅਤੇ ਪਹਾੜੀਆਂ ਲੋਕਾਂ ਲਈ ਸੁੱਖ ਦਾ ਕਾਰਨ ਬਣਨ ਤਾਂ ਜੋ ਹਰ ਪਾਸੇ ਸਤ ਰਾਜ ਕਰੇ। ਰਾਜਾ ਗਰੀਬਾਂ ਦੀ ਸੰਤਾਨ ਦਾ ਬਚਾਅ ਕਰੇ ਅਤੇ ਅਤਿਆਚਾਰੀਆਂ ਦਾ ਨਾਸ਼ ਕਰੇ। ਜਦੋਂ ਤੱਕ ਸੂਰਜ ਅਤੇ ਚੰਦਰਮਾ ਹਨ, ਉਹ ਪੀੜ੍ਹੀਓਂ ਪੀੜ੍ਹੀ ਤੇਰੇ ਤੋਂ ਡਰਦੇ ਹਨ। ਰਾਜਾ ਦਾ ਆਉਣਾ ਵਰਖਾ ਦੀ ਤਰ੍ਹਾਂ ਹੋਵੇ ਅਤੇ ਉਸ ਦਾ ਡਿੱਗਣਾ ਪਾਣੀ ਦੀ ਫੁਹਾਰ ਦੇ ਵਰਗਾ ਹੋਵੇ। ਉਸ ਦੇ ਰਾਜਕਾਲ ਵਿੱਚ ਸੱਤ ਦਾ ਵਾਧਾ ਹੋਵੇ ਅਤੇ ਜਦੋਂ ਤੱਕ ਚੰਦਰਮਾ ਹੈ, ਉਸ ਦੇ ਰਾਜ ਵਿੱਚ ਸ਼ਾਂਤੀ ਸਥਾਪਿਤ ਰਹੇ। ਉਸ ਦਾ ਰਾਜ ਇਸ ਸਾਗਰ ਦੇ ਕੰਢੇ ਤੋਂ ਦੂਜੇ ਸਾਗਰ ਤੱਕ ਹੋਵੇ ਅਤੇ ਦਰਿਆ ਫਰਾਤ ਤੋਂ ਧਰਤੀ ਦੀਆਂ ਅੰਤਮ ਹੱਦਾਂ ਤੱਕ। ਜੰਗਲੀ ਕਬੀਲੇ ਉਸ ਦੇ ਸਾਹਮਣੇ ਗੋਡੇ ਟੇਕਣ ਅਤੇ ਉਸ ਦੇ ਵੈਰੀ ਉਸ ਦੇ ਪੈਰਾਂ ਦਾ ਘੱਟਾ ਫੱਕਣ। ਸਪੇਨ ਅਤੇ ਸਭ ਦੀਪਾਂ ਦੇ ਰਾਜਾ ਉਸ ਦੇ ਸਾਹਮਣੇ ਸਿਰ ਝੁਕਾਉਣ ਅਤੇ ਅਰਬ ਅਤੇ ਇਥੋਪੀਆ ਨਿਵਾਸੀ ਉਸ ਨੂੰ ਭੇਟਾਂ ਚੜਾਉਣ। ਸਭ ਰਾਜੇ ਉਸ ਦੇ ਸਾਹਮਣੇ ਸਿਰ ਨੀਵਾਂ ਕਰਨ ਅਤੇ ਸਭ ਕੌਮਾਂ ਉਸ ਦੀ ਸੇਵਾ ਕਰਨ। ਉਹ ਲੋੜਵੰਦਾਂ ਦੀ ਪੁਕਾਰ ਤੇ ਉਹਨਾਂ ਦਾ ਬਚਾਅ ਕਰੇਗਾ ਅਤੇ ਗਰੀਬ ਬੇਸਹਾਰਿਆਂ ਦੀ ਮਦਦ ਕਰੇਗਾ। ਸੋ ਗਰੀਬਾਂ ਤੇ ਲੋੜਵੰਦਾਂ ਤੇ ਤਰਸ ਖਾਏਗਾ ਅਤੇ ਉਹਨਾਂ ਦੀ ਜਾਨ ਦੀ ਰੱਖਿਆ ਕਰੇਗਾ। ਉਹ ਉਹਨਾਂ ਨੂੰ ਅਤਿਆਚਾਰ ਅਤੇ ਹਿੰਸਾ ਤੋਂ ਬਚਾਏਗਾ ਅਤੇ ਉਹਨਾਂ ਦਾ ਲਹੂ ਉਸ ਸਾਹਮਣੇ ਬਹੁਮੁੱਲਾ ਠਹਿਰੇਗਾ। ਰਾਜਾ ਲੰਮੀ ਉਮਰ ਭੋਗੇ। ਅਰਬ ਦਾ ਕੀਮਤੀ ਸੋਨਾ ਉਸ ਦੀ ਭੇਂਟ ਚੜਾਇਆ ਜਾਵੇ। ਉਸ ਦੇ ਲਈ ਲਗਾਤਾਰ ਪ੍ਰਾਰਥਨਾ ਕੀਤੀ ਜਾਵੇ ਅਤੇ ਹਰ ਰੋਜ਼ ਉਸ ਲਈ ਅਸੀਸ ਮੰਗੀ ਜਾਵੇ। ਉਸ ਦੇ ਦੇਸ਼ ਦੇ ਖੇਤਾਂ ਵਿੱਚ ਬਹੁਤਾਤ ਵਿੱਚ ਅਨਾਜ ਹੋਵੇ ਅਤੇ ਉਹ ਪਹਾੜ ਦੀਆਂ ਚੋਟੀਆਂ ਤੋਂ ਵੀ ਲਹਿਰਾਏ। ਉਸ ਦਾ ਫਲ ਲਵਾਲੋਨ ਦੇ ਵਰਗਾ ਹੋਵੇ ਅਤੇ ਉਸ ਦੇ ਨਗਰ ਨਿਵਾਸੀ ਹਰੀ ਘਾਹ ਦੀ ਤਰ੍ਹਾਂ ਵਧਣ ਫੁੱਲਣ। ਉਸ ਦਾ ਨਾਂ ਹਮੇਸ਼ਾ ਤੱਕ ਰਹੇ, ਜਦੋਂ ਤੱਕ ਸੂਰਜ ਹੈ ਉਹ ਵੀ ਰਹੇ। ਉਸ ਦਾ ਨਾਂ ਲੈ ਕੇ ਲੋਕ ਆਪਣੇ ਆਪ ਨੂੰ ਧੰਨ ਕਹਿਣ ਅਤੇ ਸਭ ਕੌਮਾਂ ਉਸ ਨੂੰ ਕਹਿਣ, ਪ੍ਰਭੂ ਪਰਮੇਸ਼ਵਰ ਇਜ਼ਰਾਈਲ ਦਾ ਪਰਮੇਸ਼ਵਰ ਧੰਨ ਹੈ। ਉਹ ਕੇਵਲ ਅਦਭੁਤ ਕੰਮ ਕਰਦਾ ਹੈ। ਉਸ ਦੇ ਨਾਂ ਦੀ ਮਹਿਮਾ ਹਮੇਸ਼ਾ ਤੱਕ ਹੋਵੇ ਅਤੇ ਸਭ ਧਰਤੀ ਉਸ ਦੀ ਮਹਿਮਾ ਨਾਲ ਭਰ ਜਾਵੇ। ਆਮੀਨ ਆਮੀਨ। ਜੱਸੀ ਦੇ ਪੁੱਤਰ ਦਾਊਦ ਦੀਆਂ ਪ੍ਰਾਰਥਨਾਵਾਂ ਦਾ ਅੰਤ ਇੱਥੇ ਹੋਇਆ। ਸੋ ਇੱਥੇ ਇੱਕ ਚੀਜ਼ ਠੀਕ ਕਰਨ ਵਾਲੀ ਆ। ਜਿਸ ਲਈ ਇੱਥੇ ਲਿਖਿਆ ਗਿਆ ਰਾਜਾ ਦੇ ਲਈ ਪ੍ਰਾਰਥਨਾ, ਉਹਦੇ ਥੱਲੇ ਲਿਖਿਆ ਸੁਲੇਮਾਨ ਦਾ ਗੀਤ। ਇਹ ਸੁਲੇਮਾਨ ਦਾ ਗੀਤ ਨਹੀਂ, ਇਹ ਸੁਲੇਮਾਨ ਦੇ ਲਈ ਇਹ ਗੀਤ ਆ। ਇਹ ਗੀਤ ਰਾਜਾ ਦਾਊਦ ਦਾ ਆਖਰੀ ਜਿਹੜੀ ਆਇਤ ਆ, ਇਹ ਸਾਨੂੰ ਦੱਸਦੀ ਹੈ ਕਿ ਯਸੀ ਦੇ ਪੁੱਤਰ ਦਾਊਦ ਦੀਆਂ ਪ੍ਰਾਰਥਨਾ ਆ ਪਰਮੇਸ਼ਵਰ ਦੇ ਸਾਹਮਣੇ। ਇਹ ਸੁਲੇਮਾਨ ਦੇ ਲਈ ਉਸਨੇ ਪ੍ਰਾਰਥਨਾ ਕੀਤੀ ਆ ਕਿ ਇਸਨੂੰ ਇਹ ਸਾਰੀਆਂ ਚੀਜ਼ਾਂ ਹੀ ਪ੍ਰਭੂ ਪਰਮੇਸ਼ਵਰ ਤੂੰ ਇਸਨੂੰ ਇਹ ਸਾਰੀਆਂ ਚੀਜ਼ਾਂ ਬਖਸ਼ੀ, ਜਿਸ ਦੇ ਵਿੱਚ ਉਸਨੂੰ ਇਸ ਦਾ ਜਿਹੜਾ ਰਾਜ ਆ ਉਹ ਨਿਰਪੱਖ ਹੋਏ। ਇਸ ਦੇ ਰਾਜ ਦੇ ਵਿੱਚ ਸਾਰਿਆਂ ਨੂੰ ਬਰਕਤ ਮਿਲੇ। ਬਾਪ ਆਪਣੇ ਬੇਟੇ ਨੂੰ ਬਰਕਤ ਦਿੰਦਾ ਪਿਆ ਸਾਰਿਆਂ ਬਜ਼ੁਰਗਾਂ ਦੇ ਸਾਹਮਣੇ। ਔਰ ਇਹ ਸਭ ਤੋਂ ਪਿਆਰੀ ਚੀਜ਼ ਜਿਹੜੀ ਇੱਥੇ ਹੋ ਰਹੀ ਹੈ। ਸੋ ਆਓ ਹੁਣ ਅਸੀਂ ਇੱਕ ਚੈਪਟਰ ਛੱਡਿਆ ਸੀਗਾ, ਅਸੀਂ ਪੜ੍ਹਿਆ ਨਹੀਂ ਸੀਗਾ। ਉਹ ਹੈ ਦੂਸਰਾ ਸੈਮੂਅਲ ਚੈਪਟਰ 23, ਉਸ ਦੀ 1 ਤੋਂ ਲੈ ਕੇ 7 ਆਇਤ ਤੱਕ। ਇਹ ਵੀ ਬੇਸਿਕਲੀ ਇਹਦੇ ਨਾਲ ਦਾ ਜ਼ਬੂਰ ਆ, ਉਹ ਵੀ ਜਿਹੜਾ ਦਾਊਦ ਨੇ ਉੱਥੇ ਸਾਰੀ ਸੰਗਤ ਦੇ ਸਾਹਮਣੇ ਜਿਸ ਲਈ ਸੁਲੇਮਾਨ ਦਾ ਹੁਣ ਉਸਨੂੰ ਆਪਣਾ ਰਾਜ ਉਸਨੂੰ ਦੇਣਾ। ਆਓ ਅਸੀਂ ਇਹ ਚੈਪਟਰ ਹੈ ਦਾ ਸੈਕੰਡ ਸੈਮੂਅਲ ਚੈਪਟਰ 23। ਹਾਂਜੀ, ਉਸ ਦੀਆਂ ਅਸੀਂ 1 ਤੋਂ ਲੈ ਕੇ 7 ਆਇਤ ਤੱਕ ਪੜਾਂਗੇ। ਓਕੇ। ਦਾਊਦ ਦੇ ਅੰਤਮ ਸ਼ਬਦ। ਦਾਊਦ ਜਿਸ ਦਾ ਪਿਤਾ ਜੱਸੀ ਸੀ, ਜਿਸ ਨੂੰ ਪਰਮੇਸ਼ਰ ਨੇ ਉੱਚਾ ਕੀਤਾ, ਜਿਸ ਨੂੰ ਯਾਕੂਬ ਦੇ ਪਰਮੇਸ਼ਰ ਨੇ ਰਾਜਾ ਹੋਣ ਲਈ ਅਭਿਸ਼ੇਕ ਕੀਤਾ ਅਤੇ ਜੋ ਇਜ਼ਰਾਈਲ ਦਾ ਇੱਕ ਵੱਡਾ ਗੀਤਕਾਰ ਸੀ, ਉਸ ਦੇ ਅੰਤਮ ਸ਼ਬਦ ਇਹ ਸਨ। ਪ੍ਰਭੂ ਦਾ ਆਤਮਾ ਮੇਰੇ ਦੁਆਰਾ ਬੋਲਦਾ ਹੈ, ਉਸ ਦਾ ਸੰਦੇਸ਼ ਮੇਰੇ ਮੂੰਹੋਂ ਨਿਕਲਦਾ ਹੈ। ਇਜ਼ਰਾਈਲ ਦਾ ਪਰਮੇਸ਼ਰ ਬੋਲਿਆ ਹੈ, ਇਜ਼ਰਾਈਲ ਦੇ ਰੱਖਿਅਕ ਨੇ ਮੈਨੂੰ ਕਿਹਾ, ਜੋ ਰਾਜਾ ਸੱਚੇ ਨਿਆਂ ਨਾਲ ਰਾਜ ਕਰਦਾ ਹੈ, ਜੋ ਪਰਮੇਸ਼ਰ ਤੋਂ ਡਰਦਾ ਹੋਇਆ ਰਾਜ ਕਰਦਾ ਹੈ। ਉਹ ਅੰਮ੍ਰਿਤ ਵੇਲੇ ਦੀ ਰੋਸ਼ਨੀ ਵਰਗਾ ਹੈ, ਉਹ ਬਿਨਾਂ ਬੱਦਲਾਂ ਦੇ ਆਕਾਸ਼ ਵਿੱਚ ਚਮਕਦੇ ਸੂਰਜ ਵਰਗਾ ਹੈ। ਉਹ ਉਸ ਮੀਂਹ ਵਰਗਾ ਹੈ ਜਿਸ ਦੇ ਵਰਨ ਨਾਲ ਘਾਹ ਫੁੱਟ ਉੱਠਦਾ ਹੈ। ਸੋ ਇਸੇ ਤਰ੍ਹਾਂ ਮੇਰਾ ਵੰਸ਼ ਪਰਮੇਸ਼ਰ ਸਾਹਮਣੇ ਖੜਾ ਰਹੇਗਾ, ਕਿਉਂਕਿ ਉਸਨੇ ਮੇਰੇ ਨਾਲ ਇੱਕ ਸਦਾ ਕਾਲ
ਤੱਕ ਰਹਿਣ ਵਾਲਾ ਨੇਮ ਕੀਤਾ ਹੈ, ਜੋ ਹਮੇਸ਼ਾ ਹਮੇਸ਼ਾ ਤੱਕ ਰਹੇਗਾ। ਉਹ ਹਮੇਸ਼ਾ ਮੈਨੂੰ ਵਧਾਵੇ ਫਲਾਵੇਗਾ। ਬਸ ਮੈਂ ਹਮੇਸ਼ਾ ਉਸਦੇ ਆਸਰੇ ਹਾਂ। ਪਰ ਅਧਾਰਮੀ ਲੋਕ ਕੰਡਿਆਲੀ ਝਾੜੀਆਂ ਵਾਂਗ ਹਨ, ਜੋ ਕੇਵਲ ਬਾਹਰ ਸੁੱਟੇ ਜਾਣ ਦੇ ਯੋਗ ਹਨ। ਉਹਨਾਂ ਨੂੰ ਕੋਈ ਮਨੁੱਖ ਨੰਗੇ ਹੱਥ ਛੂਹ ਨਹੀਂ ਸਕਦਾ ਹੈ। ਉਹਨਾਂ ਦਾ ਮਨੁੱਖ ਕੇਵਲ ਲੋਹੇ ਦੀ ਕੁਲਹਾੜੀ ਜਾਂ ਛੜ ਨਾਲ ਛੂਹ ਸਕਦਾ ਹੈ। ਉਹ ਅੱਗ ਨਾਲ ਸੜ ਕੇ ਭਸਮ ਹੋ ਜਾਂਦੇ ਹਨ। ਦਾਊਦ ਦੇ ਪ੍ਰਸਿੱਧ ਯੋਧੇ। ਦਾਊਦ ਦੇ ਇੱਥੇ ਤੱਕ ਠੀਕ ਹੈ ਸਿਸਟਰ। ਸੋ ਉਸਨੇ ਇੱਥੇ ਪ੍ਰਭੂ ਨੇ ਜਿਹੜਾ ਉਸਦੇ ਨਾਲ ਨੇਮ ਬੰਨਿਆ ਦਾਊਦ ਦੇ ਨਾਲ, ਉਸਨੇ ਉਹ ਨੇਮ ਯਾਦ ਕਰਾਇਆ। ਔਰ ਇਹ ਇੱਕ ਐਸੀ ਘੜੀ ਆ ਜਿਸ ਦੇ ਵਿੱਚ ਉਸਨੇ ਉਸਦਾ ਪੁੱਤਰ ਉਸਦੇ ਸਾਹਮਣੇ ਖੜਾ, ਔਰ ਇਹਨਾਂ ਚੀਜ਼ਾਂ ਦੇ ਨਾਲ ਉਹ ਆਪਣੇ ਪੁੱਤਰ ਨੂੰ ਸਾਰੀਆਂ ਚੀਜ਼ਾਂ ਸਮਝਾ ਵੀ ਰਿਹਾ ਕਿ ਆਪਣਾ ਧਿਆਨ ਪ੍ਰਭੂ ਦੇ ਵੱਲ ਲਾ ਕੇ ਰੱਖੇ। ਤੇਰੀ ਜਿਹੜੀ ਬੁੱਧ ਆ, ਤੇਰੀ ਜਿਹੜੀ ਮੱਤ ਆ, ਤੇਰੀ ਜਿਹੜੀ ਸ਼ਕਤੀ ਆ, ਤੇਰੀਆਂ ਸਾਰੀਆਂ ਚੀਜ਼ਾਂ ਉਹ ਪ੍ਰਭੂ ਦੇ ਕੋਲੋਂ ਆਉਣੀਆਂ। ਸੋ ਆਪਣੀ ਅੱਖ ਤੋਂ ਪ੍ਰਭੂ ਦੇ ਉੱਤੇ ਲਾ ਕੇ ਰੱਖੇ। ਮੇਰੇ ਵੰਸ਼ ਦੇ ਉੱਤੇ ਪ੍ਰਭੂ ਦੀ ਰਹਿਮ, ਮੇਰੇ ਵੰਸ਼ ਨੂੰ ਉਸਨੇ ਨੇਮ, ਮੇਰੇ ਵੰਸ਼ ਦੇ ਨਾਲ ਉਸਨੇ ਨੇਮ ਬੰਨਿਆ ਆ। ਉਹ ਸਦਾ ਤੱਕ ਰਹਿਣ ਵਾਲਾ ਨੇਮ, ਜੋ ਉਸਨੂੰ ਕਦੀ ਉਹ ਬਦਲੇਗਾ ਨਹੀਂ। ਕਿਉਂਕਿ ਜਿਸਨੇ ਸਾਨੂੰ ਨੇਮ ਦਿੱਤਾ, ਜਿਸਨੇ ਸਾਨੂੰ ਸਾਡੇ ਨਾਲ ਉਹ ਨੇਮ ਬੰਨਿਆ ਆ, ਜਿਸ ਦਿਨ ਪ੍ਰਭੂ ਨੇ ਸਾਨੂੰ ਸਾਡੇ ਨਾਲ ਉਸਨੇ ਆਖਰੀ ਭੋਜ ਕੀਤਾ, ਉਸ ਦਿਨ ਸਾਡੇ ਨਾਲ ਨੇਮ ਬੰਨਿਆ ਗਿਆ। ਇਹ ਮੇਰਾ ਲਹੂ, ਇਹ ਮੇਰਾ ਸਰੀਰ ਆ। ਬਲੀ ਦੇ ਤੌਰ ਤੇ ਉਸਨੇ ਆਪਣੇ ਆਪ ਨੂੰ ਦਿੱਤਾ, ਔਰ ਉਸਨੇ ਉਹ ਨੇਮ ਸਾਡੇ ਨਾਲ ਬੰਨਿਆ, ਜੋ ਅਨੰਤ ਜੀਵਨ ਦਾ ਨੇਮ, ਮੁਕਤੀ ਦਾ ਨੇਮ। ਸੋ ਜਿਸਨੇ ਉਹ ਨੇਮ ਬੰਨਿਆ, ਉਸਨੂੰ ਪੂਰਾ ਕਰਨ ਦੇ ਯੋਗ ਵੀ ਆ। ਇਸ ਚੀਜ਼ ਨੂੰ ਹਮੇਸ਼ਾ ਯਾਦ ਰੱਖਣਾ। ਅਸੀਂ ਪ੍ਰਭੂ ਦੇ ਹੱਥ ਨਹੀਂ ਫੜਿਆ, ਅਸੀਂ ਪ੍ਰਭੂ ਦਾ ਪੱਲਾ ਨਹੀਂ ਫੜਿਆ। ਜੇ ਅਸੀਂ ਪ੍ਰਭੂ ਦਾ ਹੱਥ ਜਾਂ ਪੱਲਾ ਫੜਿਆ ਹੁੰਦਾ ਤੇ ਕਦੋਂ ਦਾ ਛੁੱਟ ਗਿਆ। ਪੱਲਾ ਫੜ ਕੇ ਨਹੀਂ ਕੋਈ ਪਾਰ ਲੰਘਦਾ, ਨਾ ਲੰਘ ਸਕਦਾ, ਕਿਉਂਕਿ ਇਹ ਰਸਤਾ ਬਹੁਤ ਔਖਾ ਹੈ। ਸਾਡੇ ਪ੍ਰਭੂ ਨੇ ਸਾਡਾ ਹੱਥ ਫੜਿਆ ਹੈ, ਉਹ ਛੱਡਦਾ ਨਹੀਂ। ਜਦੋਂ ਤੱਕ ਅਸੀਂ ਅੱਗੇ ਨੂੰ ਦੇਖਦੇ ਰਹਿੰਦੇ ਹਾਂ ਤੇ ਉਹ ਮੁਕਤੀ ਦੀ ਖੁਸ਼ੀ ਸਾਨੂੰ ਲੈ ਕੇ ਤੁਰੀ ਰਹਿੰਦੀ ਹੈ। ਜਦੋਂ ਅਸੀਂ ਪਿੱਛੇ ਨੂੰ ਦੇਖਣ ਲੱਗ ਪੈਂਦੇ ਹਾਂ ਤੇ ਫਿਰ ਉਹ ਜਿਹੜਾ ਪਿਛਲੀਆਂ ਚੀਜ਼ਾਂ ਆ ਉਹ ਸਾਨੂੰ ਆਪਣੇ ਵੱਲ ਖਿੱਚਣ ਲੱਗ ਪੈਂਦੀਆਂ, ਔਰ ਫਿਰ ਉਹ ਉਦਾਸੀ ਦਾ ਸਮਾਂ ਹੁੰਦਾ, ਜਿਹੜੇ ਅੱਗੇ ਧਿਆਨ ਕੀਤਾ ਹੁੰਦਾ ਉਹ ਖੁਸ਼ੀ ਦਾ ਸਮਾਂ ਕਰ ਜਾ ਰਿਹਾ। That's the only difference. ਪ੍ਰਭੂ ਬਹੁਤ ਹੀ ਵਫਾਦਾਰ, ਅਸੀਂ ਵਫਾਦਾਰ ਨਹੀਂ, ਪਰ ਉਹ ਵਫਾਦਾਰ, ਉਹ ਸਾਨੂੰ ਛੱਡਦਾ ਨਹੀਂ। ਉਸਨੇ ਸਾਡੀ ਕੀਮਤ ਦਿੱਤੀ ਆ, ਔਰ ਇਹ ਚੀਜ਼ਾਂ ਸਾਨੂੰ ਬੜੇ ਧਿਆਨ ਦੇ ਵਿੱਚ ਰੱਖਣੀਆਂ ਪੈਣੀਆਂ। ਸੋ ਹੁਣ ਦਾਊਦ ਆਪਣੇ ਪੁੱਤਰ ਨੂੰ ਤਿਆਰ ਕਰਦਾ ਜਾ ਰਿਹਾ। ਸੋ ਹੁਣ ਆਓ ਅਸੀਂ ਵਾਪਸ ਪਹਿਲੇ ਇਤਿਹਾਸ ਦੇ ਵਿੱਚ ਚੱਲੀਏ। ਉਸਦਾ 29ਵਾਂ ਪਾਪ, ਫਸਟ ਕ੍ਰੋਨਿਕਲ ਚੈਪਟਰ 29, ਉਹਦੀ 20 ਤੋਂ ਲੈ ਕੇ 22 ਆਇਤ ਤੱਕ ਅਸੀਂ ਪੜ੍ਹਾਂਗੇ। ਮੈਂ ਪੜ੍ਹਦੇ ਹਾਂ ਜੀ। ਹਾਂਜੀ, 3 ਆਇਤਾਂ ਸਿਰਫ ਪੜ੍ਹਨੀਆਂ। ਹਾਂਜੀ, 643 ਸਫਾ। ਤਦ ਦਾਊਦ ਨੇ ਲੋਕਾਂ ਦੀ ਸਾਰੀ ਸੰਗਤ ਨੂੰ ਕਿਹਾ, ਤੁਸੀਂ ਪ੍ਰਭੂ ਆਪਣੇ ਪਰਮੇਸ਼ਰ ਨੂੰ ਧੰਨ ਕਹੋ। ਸਭ ਲੋਕਾਂ ਨੇ ਆਪਣੇ ਪੁਰਖਿਆਂ ਦੇ ਪ੍ਰਭੂ ਪਰਮੇਸ਼ਰ ਨੂੰ ਧੰਨ ਕਿਹਾ ਅਤੇ ਉਹਨਾਂ ਨੇ ਆਪਣੇ ਸਿਰ ਨੀਵੇਂ ਕਰਕੇ ਉਸ ਦੀ ਉਪਾਸਨਾ ਕੀਤੀ। ਉਹਨਾਂ ਨੇ ਮੱਥਾ ਟੇਕ ਕੇ ਰਾਜੇ ਨੂੰ ਵੀ ਪ੍ਰਣਾਮ ਕੀਤਾ। ਅਗਲੇ ਦਿਨ ਉਹਨਾਂ ਨੇ ਜਾਨਵਰਾਂ ਦੀ ਬਲੀ ਦਿੱਤੀ ਅਤੇ ਉਹਨਾਂ ਨੂੰ ਪ੍ਰਭੂ ਦੇ ਸਾਹਮਣੇ ਅਰਪਿਤ ਕਰਕੇ ਲੋਕਾਂ ਨੂੰ ਖਾਣ ਲਈ ਦਿੱਤਾ। ਇਸ ਤੋਂ ਇਲਾਵਾ ਉਹਨਾਂ ਨੇ 1000 ਬਲਦ, 1000 ਛਤਰੇ, 1000 ਲੇਲੇ ਹੋਮ ਬਲੀ ਦੇ ਤੌਰ ਤੇ ਵੇਦੀ ਉੱਤੇ ਚੜਾਏ। ਉਹਨਾਂ ਨੇ ਦਾਖਸਾਰ ਦੀ ਭੇਂਟ ਵੀ ਚੜਾਈ। ਸੋ ਉਸ ਦਿਨ ਉਹ ਬਹੁਤ ਖੁਸ਼ ਸਨ, ਕਿਉਂਕਿ ਉਹਨਾਂ ਪ੍ਰਭੂ ਦੇ ਸਾਹਮਣੇ ਖਾਧਾ ਪੀਤਾ ਸੀ। ਹਾਂਜੀ, ਇੱਥੋਂ ਤੱਕ ਹੀ ਨਹੀਂ, ਹਾਲੇ ਆਇਤ ਪੂਰੀ ਨਹੀਂ ਹੋਈ। ਹਾਂ, ਉਹਨਾਂ ਨੇ ਉਸ ਦਿਨ ਦਾਊਦ ਦੇ ਪੁੱਤਰ ਸੁਲੇਮਾਨ ਨੂੰ ਦੂਜੀ ਵਾਰ ਆਪਣਾ ਰਾਜਾ ਬਣਾਇਆ। ਉਹਨਾਂ ਨੇ ਪ੍ਰਭੂ ਦੇ ਸਾਹਮਣੇ ਉਸ ਦਾ ਆਪਣਾ ਰਾਜਾ ਹੋਣ ਦੇ ਲਈ ਅਤੇ ਸਦੋਕ ਦਾ ਪੁਰੋਹਿਤ ਹੋਣ ਦੇ ਲਈ ਅਭਿਸ਼ੇਕ ਕੀਤਾ। ਇਹ ਮੈਂ ਬਸ ਇੱਥੇ ਤੱਕ ਠੀਕ ਆ। ਸੋ ਇੱਥੇ ਅਸੀਂ ਦੇਖਦੇ ਹਾਂ, ਜਦੋਂ ਮੈਂ ਤੁਹਾਨੂੰ ਕਿਹਾ ਸੀ ਕਿ ਉਹਨੂੰ ਨਿਯੁਕਤ ਕੀਤਾ ਗਿਆ ਸੀ ਰਾਜਾ ਬਣਾਉਣ ਦੇ ਲਈ, ਹੁਣ ਉਸਨੂੰ ਰਾਜਾ ਬਣਾਇਆ। ਦਾਊਦ ਨੇ ਉਸਨੂੰ ਸਾਰੀਆਂ ਇੰਸਟਰਕਸ਼ਨ ਦੇ ਕੇ ਮੰਦਿਰ ਦੀਆਂ, ਸਾਰੇ ਦੇਸ਼ ਦੇ ਪ੍ਰਬੰਧ ਸੈੱਟ ਕਰਕੇ
ਹੁਣ ਉਸਨੇ ਰਾਜਾ ਬਣਾਇਆ। ਹੁਣ ਉਸਨੇ ਆਪਣੇ ਪੁੱਤਰ ਨੂੰ ਗੱਦੀ ਤੇ ਬਿਠਾਇਆ। Isn't that amazing? ਇੱਕ ਹਿੱਸਾ ਅਸੀਂ ਹੋਰ ਦੇਖਾਂਗੇ। ਪਹਿਲੇ ਰਾਜਾ ਦੇ ਵਿੱਚ ਹੁਣ ਆ ਜਾਓ। ਪਹਿਲੇ ਰਾਜਾ ਦੇ ਵਿੱਚ ਆ ਜਾਓ। ਅਸੀਂ ਇਸ ਦੀ 40 ਆਇਤ ਤੱਕ ਪੜ੍ਹ ਲਈ ਸੀ। ਹੁਣ ਅਸੀਂ 41 ਆਇਤ ਤੋਂ ਅੱਗੇ ਦੇਖਾਂਗੇ। First King chapter 1 verse 41 to 48 ਪਹਿਲਾਂ ਦੇਖਾਂਗੇ। ਅਦੋਨੀਯਾ ਅਤੇ ਉਸਦੇ ਪ੍ਰਾਹੁਣੇ ਉਸ ਸਮੇਂ ਖਾ ਪੀ ਕੇ ਹਟ ਰਹੇ ਸਨ ਕਿ ਉਹਨਾਂ ਨੇ ਸ਼ਹਿਰ ਵਿੱਚੋਂ ਵੱਡੇ ਰੌਲੇ ਦੀ ਆਵਾਜ਼ ਆਉਂਦੀ ਸੁਣੀ। ਜਦੋਂ ਜਵਾਬ ਨੇ ਇਹ ਆਵਾਜ਼ ਸੁਣੀ ਤਾਂ ਉਹ ਬੋਲਿਆ, ਸ਼ਹਿਰ ਦੇ ਵਿੱਚ ਇਸ ਰੌਲੇ ਦਾ ਕੀ ਅਰਥ ਹੈ? ਅਜੇ ਉਹ ਕਹਿ ਹੀ ਰਿਹਾ ਸੀ ਕਿ ਅਬਿਆਥਾਰ ਪੁਰੋਹਿਤ ਦਾ ਪੁੱਤਰ ਜੋਨਾਥਾਨ ਦੌੜਾ ਹੋਇਆ ਉੱਥੇ ਆਇਆ। ਅਦੋਨੀਆ ਨੇ ਉਸਨੂੰ ਦੇਖ ਕੇ ਕਿਹਾ, ਆ ਤੂੰ ਭਲਾ ਆਦਮੀ ਹੈ ਤੇ ਭਲੀ ਹੀ ਖਬਰ ਲਿਆਇਆ ਹੋਵੇਗਾ। ਜੋਨਾਥਾਨ ਨੇ ਉੱਤਰ ਦਿੱਤਾ, ਜੀ ਨਹੀਂ, ਸਾਡੇ ਮਾਲਕ ਰਾਜਾ ਦਾਊਦ ਨੇ ਆਪਣੀ ਥਾਂ ਸੁਲੇਮਾਨ ਨੂੰ ਰਾਜਾ ਬਣਾ ਦਿੱਤਾ ਹੈ। ਰਾਜਾ ਨੇ ਸੁਲੇਮਾਨ ਦੇ ਨਾਲ ਪੁਰੋਹਿਤ ਸਦੋਕ, ਨਥਾਨ ਨਬੀ, ਜੋ ਹੋਯਾਦਾ ਦੇ ਪੁੱਤਰ ਬਣਿਆ ਤੇ ਆਪਣੇ ਸਭ ਦਰਬਾਰੀਆਂ ਨੂੰ ਘੱਲਿਆ ਹੈ, ਜਿਨ੍ਹਾਂ ਨੇ ਉਸਨੂੰ ਰਾਜਾ ਦੀ ਆਪਣੀ ਖੱਚਰ ਉੱਤੇ ਬਿਠਾਇਆ ਹੈ। ਪੁਰੋਹਿਤ ਸਦੋਕ ਤੇ ਨਥਾਨ ਨਬੀ ਨੇ ਉਸ ਦਾ ਗਿਹੋਨ ਦੀ ਥਾਂ ਉੱਤੇ ਰਾਜ ਹੋਣ ਦੇ ਲਈ ਅਭਿਸ਼ੇਕ ਕੀਤਾ ਹੈ। ਅਭਿਸ਼ੇਕ ਦੇ ਪਿੱਛੋਂ ਉਹ ਉਸ ਦੇ ਨਾਲ ਖੁਸ਼ੀ ਮਨਾਉਂਦੇ ਹੋਏ ਸ਼ਹਿਰ ਦੇ ਅੰਦਰ ਗਏ ਹਨ। ਇਹ ਜੋ ਆਵਾਜ਼ ਤੁਸੀਂ ਸੁਣੀ ਹੈ ਉਹਨਾਂ ਦੇ ਖੁਸ਼ੀ ਦੇ ਨਾਅਰਿਆਂ ਦੀ ਹੀ ਸੀ। ਸੋ ਸੁਲੇਮਾਨ ਰਾਜਗੱਦੀ ਉੱਤੇ ਬੈਠ ਗਿਆ ਹੈ। ਰਾਜਾ ਦੇ ਸਭ ਦਰਬਾਰੀਆਂ ਕੇ ਰਾਜਾ ਦਾਊਦ ਨੂੰ ਇਹ ਕਹਿ ਕੇ ਮੁਬਾਰਕਬਾਦ ਦੇ ਰਹੇ ਸਨ, ਤੁਹਾਡਾ ਪਰਮੇਸ਼ਰ ਸੁਲੇਮਾਨ ਦੇ ਨਾਂ ਨੂੰ ਤੁਹਾਡੇ ਤੋਂ ਵੀ ਵੱਧ ਪ੍ਰਸਿੱਧ ਕਰੇ ਅਤੇ ਉਸ ਦੇ ਰਾਜ ਨੂੰ ਤੁਹਾਡੇ ਤੋਂ ਵੱਧ ਵਧਾਵੇ। ਰਾਜਾ ਦਾਊਦ ਨੇ ਆਪ ਬਿਸਤਰੇ ਤੋਂ ਉੱਠ ਕੇ ਸੁਲੇਮਾਨ ਨੂੰ ਨਿਉ ਕੇ ਪ੍ਰਣਾਮ ਕੀਤਾ ਅਤੇ ਇਹ ਪ੍ਰਾਰਥਨਾ ਕੀਤੀ ਹੈ, ਪ੍ਰਭੂ ਇਜ਼ਰਾਈਲ ਦੇ ਪਰਮੇਸ਼ਰ ਦੀ ਮਹਿਮਾ ਹੋਵੇ, ਜਿਸ ਨੇ ਮੇਰੇ ਜਿਉਂਦੇ ਜੀ ਮੇਰੀ ਸੰਤਾਨ ਵਿੱਚੋਂ ਹੀ ਇੱਕ ਨੂੰ ਮੇਰੀ ਰਾਜਗੱਦੀ ਉੱਤੇ ਬਿਠਾਇਆ ਹੈ। ਇਹ ਸਭ ਸੁਣ ਕੇ ਅੱਛਾ ਜੀ, That is the amazing moment. ਸਭ ਤੋਂ ਪਿਆਰਾ ਮੋਮੈਂਟ ਇਹ ਹੈ। ਰਾਜਾ ਦਾਊਦ ਨੇ ਸਿੰਘਾਸਨ ਤੋਂ ਉਤਰ ਕੇ ਆਪਣੇ ਪੁੱਤਰ ਦੇ ਸਿਰ ਦੇ ਉੱਤੇ ਤਾਜ ਰੱਖਿਆ ਔਰ ਫਿਰ ਝੁਕ ਕੇ ਆਪਣੇ ਰਾਜਾ ਨੂੰ ਪ੍ਰਣਾਮ ਕੀਤਾ। ਲੋਈ ਖੜੀ ਹੁੰਦੀ ਨਾ ਹੱਥਾਂ ਦੀ। ਰਾਜਾ ਸੁਲੇਮਾਨ ਰਾਜਾ ਬਣ ਗਿਆ ਔਰ ਦਾਊਦ ਉਸਦੀ ਪ੍ਰਜਾ ਬਣ ਗਿਆ। Isn't that amazing? ਇਹ ਉਹ ਚੀਜ਼ ਆ ਜਿਹੜੀ ਸਵਰਗ ਦੇ ਵਿੱਚ ਵੀ ਹੋਈ ਆ। ਸੋ ਮੈਂ ਤੁਹਾਨੂੰ ਕਿਹਾ ਸੀ ਕਿ ਅਸੀਂ ਕੱਲ ਨੂੰ ਇੱਕ ਦੇਖਾਂਗੇ, ਟਾਈਪੋਲੋਜੀ ਦੇਖਾਂਗੇ, ਟਾਈਪ ਦੇਖਾਂਗੇ। ਕੁਝ ਚੀਜ਼ਾਂ ਐਸੀਆਂ ਜਿਹੜੀਆਂ ਧਰਤੀ ਤੇ ਹੋ ਰਹੀਆਂ ਹੁੰਦੀਆਂ ਬੜੇ ਛੋਟੇ ਲੈਵਲ ਤੇ, ਪਰ ਸਵਰਗ ਦੇ ਵਿੱਚ ਉਹ ਬਹੁਤ ਵੱਡੇ ਲੈਵਲ ਤੇ ਹੋਣੀਆਂ ਹੁੰਦੀਆਂ। ਮੇਰੇ ਨਾਲ ਦਾਨੀਅਲ ਦੇ ਵਿੱਚ ਆ ਜਾਓ। Daniel chapter 7 ਦਾਨੀਅਲ ਦੀ ਪੋਥੀ, ਯਸਾਇਆ ਤੋਂ ਬਾਅਦ ਜਰਮੀਆ ਤੋਂ ਬਾਅਦ ਫਿਕਾਇਆ, 1328 ਪੇਜ। ਔਰ ਅਸੀਂ ਉੱਥੇ ਇਹ ਹਿੱਸਾ ਦੇਖਾਂਗੇ ਦਾਨੀਅਲ ਦੇ ਵਿੱਚ। ਉਸਦੀ 9 ਆਇਤ ਤੋਂ ਲੈ ਕੇ 9 ਤੇ 10 ਪਹਿਲਾਂ ਪੜ੍ਹਨੀ ਆ, 11-12 ਨਹੀਂ ਆਪਾਂ ਪੜ੍ਹਨੀ, ਔਰ ਉਸ ਤੋਂ ਬਾਅਦ 13 ਔਰ 14 ਆਇਤ ਪੜ੍ਹਨੀ ਆ। ਓਕੇ। ਅਨੰਤ ਜਿਉਂਦੇ ਦਾ ਦਰਸ਼ਨ। ਮੈਂ ਜਦੋਂ ਦੇਖ ਰਿਹਾ ਸੀ ਤਾਂ ਉੱਥੇ ਸਿੰਘਾਸਨ ਰੱਖੇ ਗਏ
ਜਿਨ੍ਹਾਂ ਉੱਤੇ ਉਹ ਪੁਰਖ ਬੈਠਾ ਹੋਇਆ ਸੀ, ਜੋ ਅਨੰਤ ਜਿਉਂਦਾ ਹੈ। ਉਸ ਦੇ ਕੱਪੜੇ ਬਰਫ਼ ਦੇ ਵਾਂਗ ਚਿੱਟੇ ਅਤੇ ਉਸ ਦੇ ਵਾਲ ਸ਼ੁੱਧ ਚਿੱਟੀ ਉੱਨ ਦੇ ਵਾਂਗ ਸਨ। ਉਸ ਦੇ ਸਿੰਘਾਸਣ ਦੇ ਪਹੀਏ ਅੱਗ ਵਰਗੇ ਸਨ, ਜੋ ਅੱਗ ਦੀਆਂ ਲਾਟਾਂ ਉੱਤੇ ਚੱਲ ਰਹੇ ਸਨ। ਉਸ ਦੇ ਸਿੰਘਾਸਣ ਤੋਂ ਅੱਗ ਦੀ ਨਦੀ ਵਗ ਰਹੀ। ਹਜ਼ਾਰਾਂ ਲੋਕ ਉਸ ਦੀ ਸੇਵਾ ਕਰ ਰਹੇ ਸਨ ਤੇ ਲੱਖਾਂ ਉਸ ਦੇ ਸਾਹਮਣੇ ਖੜੇ ਸਨ। ਤਦ ਅਦਾਲਤ ਦਾ ਕੰਮ ਸ਼ੁਰੂ ਹੋਇਆ ਅਤੇ ਬਹੁਤ ਸਾਰੀਆਂ ਪੋਥੀਆਂ ਖੋਲੀਆਂ ਗਈਆਂ। ਰਾਤ ਦੇ ਵੇਲੇ ਇਸ ਦਰਸ਼ਨ ਵਿੱਚ ਮੈਂ ਮਨੁੱਖ ਦੇ ਵਰਗਾ ਇੱਕ ਪ੍ਰਾਣੀ ਦੇਖਿਆ। ਉਸ ਨੂੰ ਬੱਦਲਾਂ ਨੇ ਘੇਰਿਆ ਹੋਇਆ ਸੀ ਤੇ ਉਹ ਮੇਰੇ ਵੱਲ ਆ ਰਿਹਾ ਸੀ। ਤਦ ਉਹ ਆਨੰਦ ਜਿਉਂਦੇ ਮਨੁੱਖ ਦੇ ਵੱਲ ਗਿਆ ਤੇ ਉਸ ਦੇ ਸਾਹਮਣੇ ਪੇਸ਼ ਕੀਤਾ ਗਿਆ। ਉਸ ਨੂੰ ਸ਼ਕਤੀ, ਆਦਰ ਅਤੇ ਸ਼ਾਹੀ ਅਧਿਕਾਰ ਦਿੱਤੇ ਗਏ ਤਾਂ ਜੋ ਸਭ ਕੌਮਾਂ, ਜਾਤਾਂ ਤੇ ਭਾਸ਼ਾਵਾਂ ਦੇ ਲੋਕ ਉਸ ਦੀ ਸੇਵਾ ਕਰਨ। ਉਸ ਦੀ ਸ਼ਕਤੀ ਦਾ ਕੋਈ ਅੰਤ ਨਹੀਂ ਹੋਵੇਗਾ ਅਤੇ ਉਸ ਦਾ ਰਾਜ ਹਮੇਸ਼ਾ ਤੱਕ ਕਾਇਮ ਰਹੇਗਾ। ਆਮੀਨ। ਸੋ ਸਵਰਗ ਦੇ ਵਿੱਚ ਅਸੀਂ ਕੀ ਦੇਖਦੇ ਪਏ? ਪ੍ਰਭੂ ਯਿਸੂ ਮਸੀਹ ਜਿਸਲੇ ਧਰਤੀ ਤੋਂ ਉਠਾ ਲਏ ਗਏ, ਵਚਨ ਦੱਸਦਾ ਕਿ ਉਹਨਾਂ ਦੇ ਦੇਖਦਿਆਂ ਦੇਖਦਿਆਂ ਹੀ ਉਹ ਧਰਤੀ ਤੋਂ ਉਠਾ ਲਏ ਗਏ ਔਰ ਬੱਦਲਾਂ ਦੇ ਵਿੱਚ ਬੱਦਲਾਂ ਨੇ ਉਹਨਾਂ ਨੂੰ ਘੇਰ ਲਿਆ। ਸ਼ਾਹੀ ਸਿੰਘਾਸਨ ਲਗਾਇਆ ਉੱਥੇ, ਬਾਪ ਸਿੰਘਾਸਨ ਦੇ ਉੱਤੇ ਬੈਠਾ ਆ ਔਰ ਉੱਥੇ ਉਹ ਦੱਸਦੇ ਪਏ ਆ ਕਿ ਉਸਦੇ ਵਾਲ ਚਿੱਟੀ ਸ਼ੁੱਧ ਚਿੱਟੀ ਉੱਨ ਦੇ ਵਾਂਗ ਸਨ। ਉਸਦੇ ਸਿੰਘਾਸਨ ਦੇ ਉੱਤੇ ਅੱਗ ਵਰਗੇ ਸਨ ਅਤੇ ਅੱਗ ਦੀਆਂ ਲਾਟਾਂ ਦੇ ਉੱਤੇ ਚੱਲ ਰਹੇ ਸਨ ਔਰ ਉਹ ਸਾਰੀਆਂ ਚੀਜ਼ਾਂ ਜਿਹੜਾ ਉੱਥੇ ਬੈਠਾ ਦਿਖਾਇਆ ਗਿਆ। ਲੇਕਿਨ ਪ੍ਰਭੂ ਯਿਸੂ ਮਸੀਹ ਜਿਸਲੇ ਮੌਤ ਨੂੰ ਮੌਤ ਦੇ ਕੇ ਉੱਥੇ ਪਹੁੰਚੇ ਤਾਂ ਉੱਥੇ ਕੀ ਹੋ ਰਿਹਾ? ਬਾਪ ਨੇ ਉਸ ਸਿੰਘਾਸਨ ਦੇ ਉੱਤੇ ਆਪਣੇ ਪੁੱਤਰ ਨੂੰ ਬਿਠਾਇਆ। Isn't that amazing? ਸਾਰੇ ਇਜ਼ਰਾਈਲ ਦੇ ਵਿੱਚ ਗਾਂ ਜਾ ਕੇ ਇਹਨਾਂ ਦੇ 2 ਰਾਜ ਬਣ ਜਾਣੇ ਆ, ਸਿਰਫ ਇੱਕ ਰਾਜੇ ਨੂੰ ਇਹ ਬਰਕਤ ਮਿਲੀ ਜਿਸ ਨੇ ਆਪਣੇ ਪੁੱਤਰ ਨੂੰ ਸਿੰਘਾਸਨ ਦੇ ਉੱਤੇ ਬਿਠਾ ਕੇ ਚੁੱਕ ਕੇ ਉਸ ਨੂੰ ਪ੍ਰਣਾਮ ਕੀਤਾ, ਆਪਣੇ ਰਾਜੇ ਨੂੰ ਪ੍ਰਣਾਮ ਕੀਤਾ ਔਰ ਆਪਣਾ ਸਾਰਾ ਅਧਿਕਾਰ, ਸਾਰਾ ਆਦਰ, ਸਾਰੀਆਂ ਚੀਜ਼ਾਂ ਉਸ ਨੂੰ ਦੇ ਦਿੱਤੀ। ਵਾਹ! ਇਹ ਬਰਕਤਾਂ ਉਹਨਾਂ ਨੂੰ ਮਿਲਦੀਆਂ ਜਿਹੜੇ ਪ੍ਰਭੂ ਤੇ ਭਰੋਸਾ ਰੱਖਦੇ ਆ। ਹਾਲਤ ਔਰ ਹਾਲਾਤ ਆਉਂਦੇ ਜਾਂਦੇ ਰਹਿੰਦੇ। ਹਾਲਤ ਔਰ ਹਾਲਾਤ ਸਾਡੇ ਪਰਮੇਸ਼ਰ ਨਹੀਂ। ਇੱਕ ਜ਼ਿੰਦਗੀ ਹੈ, but this is the truth। और ਹੁਣ ਦਾਊਦ ਨੇ ਉਹ ਭਜਨ ਗਾਇਆ ਜਿਸ ਦੀ ਸਾਰੇ ਇੰਤਜ਼ਾਰ ਕਰਦੇ ਪਏ ਕਿ ਉਹ ਭਜਨ ਕਿੱਥੇ। ਹੁਣ ਭਜਨ ਤੇ ਹੀ ਹੋ ਜਾਣਾ ਪੜੇ। ਭਜਨ ਤੇ ਪ੍ਰਭੂ ਮੇਰਾ ਚਰਵਾਹਾ ਹੈ। ਪੜ੍ਹਦੇ ਮਾਸਟਰ ਜੀ। ਪ੍ਰਭੂ ਮੇਰਾ ਚਰਵਾਹਾ ਹੈ, ਮੈਨੂੰ ਕਿਸੇ ਚੀਜ਼ ਦੀ ਥੋੜ ਨਹੀਂ ਹੋਵੇਗੀ। ਉਹ ਮੈਨੂੰ ਹਰੀਆਂ ਹਰੀਆਂ ਚਰਗਾਹਾਂ ਵਿੱਚ ਬਿਠਾਉਂਦਾ ਹੈ। ਉਹ ਮੈਨੂੰ ਸੁਖਦਾਇਕ ਪਾਣੀਆਂ ਦੇ ਕੋਲ ਲੈ ਜਾਂਦਾ ਹੈ। ਉਹ ਮੇਰੇ ਮਨ ਨੂੰ ਤਾਜ਼ਾ ਕਰਦਾ ਹੈ। ਉਹ ਆਪਣੇ ਨਾਂ ਦੀ ਖਾਤਰ ਮੈਨੂੰ ਠੀਕ ਰਾਹਾਂ ਤੇ ਚਲਾਉਂਦਾ ਹੈ। ਬੇਸ਼ੱਕ ਮੈਂ ਮੌਤ ਦੀ ਵਾਦੀ ਵਿੱਚੋਂ ਵੀ ਕਿਉਂ ਨਾ ਲੰਘਾਂ, ਮੈਂ ਨਹੀਂ ਡਰਾਂਗਾ। ਤੂੰ ਮੇਰੇ ਨਾਲ ਹੈ। ਤੇਰੀ ਸੋਟੀ ਅਤੇ ਤੇਰੀ ਲਾਠੀ ਮੈਨੂੰ ਸਹਾਰਾ ਦਿੰਦੀਆਂ ਹਨ। ਮੇਰੇ ਵੈਰੀਆਂ ਦੇ ਠੀਕ ਸਾਹਮਣੇ ਤੂੰ ਮੇਰੇ ਲਈ ਭੋਜ ਤਿਆਰ ਕੀਤਾ ਹੈ। ਤੂੰ ਮੇਰਾ ਸਭ ਤੋਂ ਵੱਧ ਕੇ ਸਵਾਗਤ ਕੀਤਾ ਹੈ। ਮੇਰਾ ਕੱਪ ਮੂੰਹੋਂ ਮੂੰਹ ਭਰਿਆ ਪਿਆ ਹੈ। ਸੱਚਮੁੱਚ ਭਲਾਈ ਅਤੇ ਦਇਆ ਜੀਵਨ ਭਰ ਮੇਰੇ ਨਾਲ ਰਹਿਣਗੀਆਂ। ਮੈਂ ਪ੍ਰਭੂ ਦੇ ਘਰ ਵਿੱਚ ਹਮੇਸ਼ਾ ਤੱਕ ਵਾਸ ਕਰਾਂਗਾ। ਆਮੀਨ। ਧਿਆਨ ਦੇ ਨਾਲ ਦੇਖੋ, ਅਗਰ ਤੁਸੀਂ ਇਸ ਜ਼ਬੂਰ ਦੀਆਂ ਸਿਰਫ 6 ਆਇਤਾਂ ਅਗਰ ਧਿਆਨ ਦੇ ਨਾਲ ਦੇਖੋ, ਇਹ ਜ਼ਬੂਰ ਉਹਦੀ ਸਾਰੀ ਉਮਰ ਦੀ, ਦਾਊਦ ਦੀ ਸਾਰੀ ਉਮਰ ਦੀ ਔਰ ਘਰ ਜਾਣ ਤੱਕ ਉਸ ਦੀਆਂ ਬਰਕਤਾਂ ਆ। ਇਹਦੇ ਸਾਰਾ ਕੁਛ ਉਸਨੇ ਇਸ ਛੋਟੇ ਜਿਹੇ ਜ਼ਬੂਰ ਦੇ ਵਿੱਚ ਜਿਹੜਾ ਉਸ ਵੇਲੇ ਗਾਇਆ ਜਿਸ ਲਈ ਉਸਨੇ ਆਪਣੇ ਪੁੱਤਰ ਨੂੰ ਰਾਜਾ ਬਣਾਇਆ।
ਔਰ ਫਿਰ ਉਹਦੀ ਪਰਜਾ ਬਣ ਕੇ ਉਹਦੇ ਮੂਹਰੇ ਝੁਕ ਕੇ ਆਪਣਾ ਸਿਰ ਨਵਾਇਆ। ਉਸਨੂੰ ਸਾਰਾ ਆਦਰ, ਸਾਰਾ ਮਾਣ, ਸਭ ਕੁਝ ਦਿੱਤਾ। ਪਰ ਉਹਦੇ ਵਿੱਚ, ਸੁਲੇਮਾਨ ਦੇ ਵਿੱਚ ਤੇ ਪ੍ਰਭੂ ਯਿਸੂ ਮਸੀਹ ਵਿੱਚ ਫਰਕ ਇਹ ਆ ਕਿ ਜਿਹੜੇ ਸੁਲੇਮਾਨ ਨੂੰ ਤੋਲਿਆ ਜਾਣਾ, ਉਹਨੇ ਪੂਰਾ ਨਹੀਂ ਉਤਰਨਾ। ਪ੍ਰਭੂ ਯਿਸੂ ਮਸੀਹ ਨੇ ਪੂਰਾ ਉਤਰਨਾ ਹੈ। ਜਿਸ ਲਈ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਇਸ ਹਿੱਸੇ ਨੂੰ ਦੇਖਦੇ ਹਾਂ। ਇਹ ਜਿਹੜਾ ਮੋਮੈਂਟ ਅਸੀਂ ਦੇਖਦੇ ਹਾਂ, ਇਹ ਬਹੁਤ ਹੀ ਪਵਿੱਤਰ, ਬਹੁਤ ਹੀ ਪਵਿੱਤਰ। ਸੋ ਦਾਊਦ ਨੇ ਹੁਣ ਆਪਣੇ ਪੁੱਤਰ ਨੂੰ ਰਾਜਾ ਬਣਾਤਾ, ਜਿਹਨੇ ਆਪਣੇ ਆਪ ਨੂੰ ਆਪੇ ਰਾਜਾ ਬਣਾ ਲਿਆ। ਉਹਨੂੰ ਹੁਣ ਹੱਥਾਂ ਪੈਰਾਂ ਦੀਆਂ ਪਈਆਂ। ਸੋ ਆਓ ਪਹਿਲਾ ਰਾਜਾ 49 ਤੋਂ ਲੈ ਕੇ ਤਾਂ ਅਸੀਂ ਇਸ ਨੂੰ ਚੈਪਟਰ 149 to 53 all the way ਜਦੋਂ ਖਤਮ ਕਰਦੇ ਚੈਪਟਰ ਨੂੰ, ਜਿਸ ਵਿੱਚ मैं पढ़ा। ਹਾਂਜੀ ये सब सुन के अदोनीजा दे सब पराने घाबर गए अते उठ के अपने अपने राहे चले गए। तद अदोनीजा भी सुलेमान तो भयभीत हो उठिया अते उसने पवित्र तंबू विच जाके बेदी दे सिंह फड़ लए। इस बारे सुलेमान नूं दस्सिया गया कि अदोनीजा ने उस तो डरदे होए पवित्र तंबू विच जाके बेदी दे सिंह फड़ लए हन अते ये क्या है महाराजा सुलेमान पहला ये वचन देवे कि वो अपने इस दास नूं तलवार नाल कतल नहीं करेगा। सुलेमान ने उत्तर दिता, जेकर वो भला आदमी बन के दिखावेगा तां उसदे सिर दा एक बाल तक भी बिंगा नहीं होवेगा, पर जेकर उसदे दिल विच बुराई है तां वो जरूर मारिया जावेगा। तद सुलेमान ने आदमी घल्ले अते उन्हां ने जाके अदोनीजा नूं बेदी तो लाया अते उसनूं राजा सुलेमान कोल ले आए। अदोनीजा ने राजा सुलेमान नूं न्यों के प्रणाम कीता अते राजा ने उसनूं कहा, जा तू अपने घर चला जा। ਅਦੋਨੀਆ ਜਿਸਨੇ ਆਪਣੇ ਆਪ ਨੂੰ ਆਪੇ ਹੀ ਰਾਜਾ ਬਣਾ ਲਿਆ ਸੀ, ਜਿਸ ਲਈ ਉਸਨੂੰ ਪਤਾ ਲੱਗਾ ਕਿ ਦਾਊਦ ਨੇ ਆਪਣਾ ਜਿਹੜਾ ਸਿਰ ਦਾ ਤਾਜ ਉਹ ਲਾ ਕੇ ਸੁਲੇਮਾਨ ਦੇ ਸਿਰ ਦੇ ਉੱਤੇ ਰੱਖ ਕੇ ਉਸਨੂੰ ਆਪਣਾ ਰਾਜਾ ਸਵੀਕਾਰ ਕਰ ਲਿਆ, ਔਰ ਜਿਹੜਾ ਉਸਨੂੰ ਸੈਕਟਰ ਉਹ ਵੀ ਦੇ ਦਿੱਤਾ, ਜਿਹੜੀ ਉਸਨੂੰ ਉਹ ਜਿੰਨੇ ਵੀ ਅਧਿਕਾਰ ਤੱਕ ਮੁੰਦੀ ਹੁੰਦੀ ਸੀ, ਜਿਹੜੀ ਜਿਸ ਦੇ ਨਾਲ ਮੋਹਰ ਲਾਈ ਜਾਂਦੀ ਸੀ, ਮੋਹਰ ਵੀ ਉਸਨੂੰ ਦੇ ਦਿੱਤੀ ਆ। ਤਾਂ ਅਦੋਨੀਆ ਨੂੰ ਪਤਾ ਲੱਗਾ ਕਿ ਇਹ ਕੀ ਹੋ ਗਿਆ, ਤੇ ਜਿੰਨੇ ਵੀ ਉਸਦੇ ਨਾਲ ਉੱਥੇ ਖੜੇ ਸੀ, ਜਿਨ੍ਹਾਂ ਨੇ ਉਹ ਸਾਰਾ ਬੜੇ ਖੁਸ਼ੀਆਂ ਮਨਾਉਂਦੇ ਪਏ ਸੀਗੇ, ਬੜੇ ਖਾਂਦੇ ਪੀਂਦੇ ਸੀ, ਸਭ ਦੌੜ ਪਏ, ਇੱਕ ਵੀ ਨਹੀਂ ਉਤਰਿਆ, ਇੱਕ ਵੀ ਨਹੀਂ ਉਸਦੇ ਨਾਲ ਖੜਾ ਰਿਹਾ, ਸਭ ਦੌੜ ਗਏ। ਔਰ ਅਦੋਨੀਆ ਜਿਸ ਲਈ ਉਸਨੇ ਫਿਰ ਜਾ ਕੇ ਪ੍ਰਭੂ ਦਾ ਸਹਾਰਾ ਲਿਆ, ਬੇਦੀ ਦੇ ਕੋਲ ਚਲਾ ਗਿਆ। ਬੇਦੀ ਦੇ ਜਿੱਦਾਂ ਉਹਨਾਂ ਨੇ 4 ਸਿੰਘ ਇਹਦਾ ਬਣਾਏ ਹੋਏ ਸੀਗੇ, ਉਹਨਾਂ ਵਿੱਚੋਂ ਉਸਨੇ ਏਦਾਂ ਆਪਣੇ ਹੱਥ ਉਹਦੇ ਉੱਤੇ ਰੱਖ ਲਏ, ਔਰ ਉਸਨੇ ਆਪਣੇ ਆਪ ਨੂੰ ਪ੍ਰਭੂ ਦੇ ਮੂਹਰੇ ਉਸਨੇ ਆਪਣੇ ਆਪ ਨੂੰ ਸੁੱਟ ਦਿੱਤਾ। ਉਸਨੇ ਕਿਹਾ ਕਿ ਪ੍ਰਭੂ ਦੀ ਖਾਤਰ ਮੇਰੇ ਤੇ ਰਹਿਮ ਕਰ। ਉਸਨੇ ਕਿਹਾ ਜੇ ਚੰਗਾ ਬੰਦਾ ਬਣ ਕੇ ਦਿਖਾਏਗਾ ਤੇ ਤੇਰਾ ਬਾਲ ਬਿੰਗਾ ਨਹੀਂ ਹੋਏਗਾ, ਪਰ ਜੇ ਤੇਰੇ ਮਨ ਚ ਕਪਟ ਤੇ ਫਿਰ ਤੈਨੂੰ ਬਖਸ਼ਿਆ ਨਹੀਂ ਜਾਏਗਾ। ਸੋ ਉਹ ਆਇਆ, ਉਸਨੂੰ ਵੀ ਉਸਦੇ ਮੂਹਰੇ ਝੁਕ ਕੇ ਆਪਣਾ ਰਾਜਾ ਉਸਨੂੰ ਸਵੀਕਾਰ ਕਰਨਾ ਪਿਆ, ਔਰ ਚਲਾ ਗਿਆ। ਔਰ ਹੁਣ ਦਾਊਦ ਨੇ ਆਪਣੇ ਪੁੱਤਰ ਨੂੰ ਅੰਤਮ ਹਦਾਇਤਾਂ ਦੇਣੀਆਂ ਕਿ ਰਾਜ ਨੂੰ ਕਿੱਦਾਂ ਚਲਾਉਣਾ, ਤੈਨੂੰ ਕਿਹੜੇ ਕੰਮ ਕਰਨ ਲਈ ਜ਼ਰੂਰੀ ਹੈ, ਔਰ ਕਿਹੜੇ ਕੰਮਾਂ ਦਾ ਤੈਨੂੰ ਧਿਆਨ ਰੱਖਣਾ ਪੈਣਾ। ਸੋ ਆਓ ਅਸੀਂ ਦੂਸਰਾ ਭਾਵ ਦੇ ਵਿੱਚ ਆ ਗਏ ਹਾਂ।
ਅਸੀਂ ਇਸ ਦੀ 1 ਆਇਤ ਤੋਂ ਲੈ ਕੇ 9 ਆਇਤ ਤੱਕ ਦੇਖਾਂਗੇ। ਪੜ੍ਹ ਦੂੰ ਪਾਸਟਰ ਜੀ। ਹਾਂਜੀ। ਦਾਊਦ ਦਾ ਸੁਲੇਮਾਨ ਨੂੰ ਅੰਤਮ ਹਦਾਇਤਾਂ ਦੇਣਾ। ਜਦੋਂ ਦਾਊਦ ਦੀ ਅੰਤਮ ਘੜੀ ਲਾਗੇ ਆਈ ਤਾਂ ਉਸਨੇ ਆਪਣੇ ਪੁੱਤਰ ਸੁਲੇਮਾਨ ਨੂੰ ਆਪਣੇ ਕੋਲ ਸੱਦ ਕੇ ਉਸਨੂੰ ਕਿਹਾ, ਮੈਂ ਉਸ ਮੌਤ ਦੇ ਰਾਹੇ ਜਾ ਰਿਹਾ ਹਾਂ ਜਿਸ ਉੱਤੇ ਹਰ ਧਰਤੀ ਵਾਸੀ ਨੂੰ ਜਾਣਾ ਹੈ। ਇਸ ਲਈ ਤੂੰ ਤਕੜਾ ਹੋ ਕੇ ਮਰਦ ਬਣ। ਤੂੰ ਪ੍ਰਭੂ ਆਪਣੇ ਪਰਮੇਸ਼ਵਰ ਦੀਆਂ ਸਭ ਵਿਧੀਆਂ, ਆਗਿਆਵਾਂ ਅਤੇ ਨਿਯਮਾਂ ਦੀ ਠੀਕ ਉਸੇ ਤਰ੍ਹਾਂ ਪਾਲਣਾ ਕਰਨਾ ਜਿਸ ਤਰ੍ਹਾਂ ਇਹਨਾਂ ਸਭ ਦਾ ਮੂਸਾ ਦੀ ਵਿਵਸਥਾ ਵਿੱਚ ਬਿਆਨ ਮਿਲਦਾ ਹੈ। ਇਹ ਕਾਰਨ ਤੇ ਤੂੰ ਆਪਣੇ ਹਰ ਕੰਮ ਵਿੱਚ ਹਰ ਥਾਂ ਸਫਲ ਹੋਵੇਂਗਾ ਅਤੇ ਪ੍ਰਭੂ ਵੀ ਆਪਣੀ ਉਸ ਪ੍ਰਤਿੱਗਿਆ ਨੂੰ ਪੂਰਾ ਕਰੇਗਾ ਜਿਸ ਬਾਰੇ ਉਸਨੇ ਮੈਨੂੰ ਕਿਹਾ ਸੀ। ਜੇਕਰ ਤੇਰੀ ਸੰਤਾਨ ਤਨੋ ਮਨੋ ਪੂਰੇ ਵਿਸ਼ਵਾਸ ਨਾਲ ਮੇਰੀਆਂ ਆਗਿਆਵਾਂ ਨੂੰ ਮੰਨਦੀ ਹੋਈ ਆਪਣੇ ਰਾਹੇ ਚੱਲੇਗੀ ਤਾਂ ਤੇਰੀ ਰਾਜ ਗੱਦੀ ਉੱਤੇ ਹਮੇਸ਼ਾ ਉਹ ਰਾਜ ਕਰੇਗੀ। ਤੂੰ ਸਰੂਆ ਦੇ ਪੁੱਤਰ ਯੋਆਬ ਬਾਰੇ ਵੀ ਚੰਗੀ ਤਰ੍ਹਾਂ ਨਾਲ ਜਾਣਦਾ ਹੈ ਕਿ ਉਸਨੇ ਕਿਸ ਤਰ੍ਹਾਂ ਇਜ਼ਰਾਈਲ ਦੇ ਦੋਹਾਂ ਸੈਨਾਪਤੀਆਂ ਨੇਰ ਦੇ ਪੁੱਤਰ ਅਬਨੇਰ ਅਤੇ ਯਥਰ ਦੇ ਪੁੱਤਰ ਅਮਾਸਾ ਦਾ ਕਤਲ ਕੀਤਾ। ਉਹ ਨਿਰਦੋਸ਼ੇ ਸਨ ਕਿਉਂਕਿ ਉਹਨਾਂ ਤੋਂ ਜਿਨ੍ਹਾਂ ਕਤਲਾਂ ਦਾ ਯੋਆਬ ਨੇ ਬਦਲਾ ਲਿਆ ਉਹ ਯੁੱਧ ਸਮੇਂ ਹੋਏ ਸਨ। ਸੋ ਉਸਨੇ ਨਿਰਦੋਸ਼ਿਆਂ ਨੂੰ ਮਾਰਿਆ ਜਿਨ੍ਹਾਂ ਦੇ ਖੂਨ ਦੀ ਜ਼ਿੰਮੇਵਾਰੀ ਮੇਰੇ ਸਿਰ ਹੈ ਅਤੇ ਅੱਜ ਮੈਂ ਇਸ ਦਾ ਨਤੀਜਾ ਵੀ ਭੁਗਤ ਰਿਹਾ ਹਾਂ। ਸੋ ਉਸ ਨਾਲ ਤੂੰ ਆਪਣੀ ਸਮਝ ਅਨੁਸਾਰ ਵਰਤਾਓ ਕਰਨਾ ਅਤੇ ਉਸਨੂੰ ਆਪਣੀ ਮੌਤ ਸਲਾਮਤੀ ਨਾਲ ਨਾ ਮਰਨ ਦੇਣਾ। ਪਰ ਤੂੰ ਗਿਲਿਆਦ ਨਿਵਾਸੀ ਬਿਰਜ਼ਲਈ ਦੇ ਪੁੱਤਰਾਂ ਨਾਲ ਭਲਾ ਵਰਤਾਓ ਕਰੀ ਅਤੇ ਉਹਨਾਂ ਨੂੰ ਆਪਣੇ ਸ਼ਾਹੀ ਲੰਗਰ ਵਿੱਚ ਖਾਣ ਦੇਵੀਂ, ਕਿਉਂਕਿ ਉਹ ਮੇਰੀ ਮਦਦ ਲਈ ਉਸ ਸਮੇਂ ਆਏ ਸਨ ਜਦੋਂ ਮੈਂ ਤੇਰੇ ਭਰਾ ਅਬਸ਼ਾਲੋਮ ਦੇ ਅੱਗੇ ਨੱਠਿਆ ਸਾਂ। ਤੂੰ ਬਹਰੀਮ ਨਿਵਾਸੀ ਬਿਨਿਆਮੀਨੀ ਗੇਰਾ ਦੇ ਪੁੱਤਰ ਸ਼ਿਮei ਦਾ ਵੀ ਧਿਆਨ ਰੱਖਣਾ। ਜਦੋਂ ਮੈਂ ਬਹਿਰਮ ਵੱਲ ਜਾ ਰਿਹਾ ਸਾਂ ਤਾਂ ਉਸਨੇ ਮੈਨੂੰ ਸਰਾਪ ਦਿੱਤਾ ਸੀ, ਪਰ ਜਦੋਂ ਵਾਪਸੀ ਵੇਲੇ ਉਹ ਜਰਦਨ ਦਰਿਆ ਕੋਲ ਮੈਨੂੰ ਮਿਲਣ ਆਇਆ ਤਾਂ ਮੈਂ ਉਸਨੂੰ ਪ੍ਰਭੂ ਦੇ ਨਾਂ ਉੱਤੇ ਵਚਨ ਦਿੱਤਾ ਸੀ, ਤੂੰ ਤਲਵਾਰ ਨਾਲ ਨਹੀਂ ਮਾਰਿਆ ਜਾਵੇਂਗਾ, ਪਰ ਤੂੰ ਉਸਨੂੰ ਵੀ ਜ਼ਰੂਰ ਸਜ਼ਾ ਦੇਵੀਂ। ਤੂੰ ਜਾਣਦਾ ਹੈ ਕਿ ਤੂੰ ਉਸ ਨਾਲ ਕੀ ਕਰੇਂਗਾ, ਸੋ ਇਸ ਨੂੰ ਮੌਤ ਦੀ ਸਜ਼ਾ ਜ਼ਰੂਰ ਦੇਵੀਂ। ਇੱਥੇ ਤੱਕ ਪੜ੍ਹਨਾ ਪਾਸਟਰ ਜੀ। ਕਿਉਂਕਿ ਉਸਨੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਦਾਊਦ ਨੇ ਉਸਨੂੰ ਕਹੀਆਂ, ਇਹ ਸਾਰੇ ਉਹ ਬੰਦੇ ਆ ਜਿਨ੍ਹਾਂ ਨੇ ਇਹ ਉਹ ਸਾਪਾ ਜਿਨ੍ਹਾਂ ਨੇ ਹੁਣ ਸੁਲੇਮਾਨ ਦੇ ਖਿਲਾਫ ਖੜੇ ਹੋਣਾ ਸੀ। ਦਾਊਦ ਯੋਆਬ ਨੂੰ ਵੀ ਚੰਗੀ ਤਰ੍ਹਾਂ ਜਾਣਦਾ ਸੀ, ਯੋਆਬ ਉਸਦਾ ਮਾਮਾ ਸੀ, ਔਰ ਜਿਹੜੇ ਉਸਨੇ ਬੰਦੇ ਮਾਰੇ ਸੀਗੇ ਉਹ ਯੋਆਬ ਤੋਂ ਕਿਤੇ ਬੁੱਧੀਮਾਨ ਲੀਡਰ ਸੀਗੇ, ਜਨਰਲ ਸੀਗੇ। ਸੋ ਯੋਆਬ ਨੂੰ ਪਤਾ ਸੀ ਕਿ ਅਗਰ ਇਹ ਜਿਉਂਦੇ ਰਹਿ ਗਏ ਤੇ ਮੈਨੂੰ ਨਹੀਂ ਜਗ੍ਹਾ ਮਿਲਣੀ, ਮੈਂ ਜਨਰਲ ਨਹੀਂ ਬਣ ਸਕਣਾ। ਸੋ ਯੋਆਬ ਨੇ ਉਹਨਾਂ ਨੂੰ ਧੋਖੇ ਦੇ ਨਾਲ ਮਾਰਿਆ ਸੀ, ਔਰ ਇਸ ਕਰਕੇ ਦਾਊਦ ਨੇ ਉਸਨੂੰ ਕਿਹਾ ਕਿ ਇਹਨਾਂ ਕੰਡਿਆਂ ਨੂੰ ਆਪਣੇ ਰਸਤੇ ਤੋਂ ਕੱਢ ਦੇ। ਔਰ ਉਹ ਦੂਸਰਾ ਜਿਹੜਾ ਬਿਨਿਆਮੀਨ ਦੇ ਕਬੀਲੇ ਦਾ ਸੀਗਾ, ਉਹਨੇ ਦਾਊਦ ਨੂੰ ਤਾਂ ਕੁਛ ਨਹੀਂ ਕਿਹਾ, ਲੇਕਿਨ ਉਹਨੇ ਸੁਲੇਮਾਨ ਦੇ ਖਿਲਾਫ ਹੁਣ ਖੜਾ ਹੋਣਾ ਸੀ। ਸੋ ਉਸਨੇ ਕਿਹਾ ਤੂੰ ਉਸਨੂੰ ਵੀ ਨਾ ਰਹਿਣ ਦੇ, ਉਸਨੂੰ ਵੀ ਰਸਤੇ ਦੇ ਵਿੱਚੋਂ ਕੱਢ ਦੇ। ਇੱਕ ਜ਼ਬੂਰ ਜਿਹੜਾ ਅਸੀਂ ਛੱਡ ਗਏ, ਉਹ ਜਿਸ ਵੇਲੇ ਅਦੋਨੀਆ ਰਾਜਾ ਬਣਨ ਦੀ ਕੋਸ਼ਿਸ਼ ਕਰਦਾ ਪਿਆ ਔਰ ਉਹ ਬਣ ਨਹੀਂ ਸਕਿਆ, ਔਰ ਉਹ ਹੈ ਜ਼ਬੂਰ 127। ਜਿਸ ਨੂੰ ਮਿਲ ਜਾਏ ਉਹ ਜ਼ਬੂਰ ਪੜ੍ਹਦਾ ਹੈ, 127 ਜ਼ਬੂਰ। ਔਰ ਇਸ ਨੂੰ ਤੁਸੀਂ ਲਿਖ ਲਓ, ਜਿਸ ਲਈ ਪਹਿਲਾ ਚੈਪਟਰ ਸਾਰੇ ਦਾ ਸਾਰਾ ਖਤਮ ਹੁੰਦਾ, ਉਸ ਤੋਂ ਬਾਅਦ ਜਿਹੜਾ ਹੈ ਉਹ ਸਾਮ 127 ਆਉਂਦਾ। ਹਾਂਜੀ। 52 ਪਰਮੇਸ਼ਰ ਦੀ ਭਲਾਈ ਲਈ ਮਹਿਮਾ। ਜੇਕਰ ਪ੍ਰਭੂ ਘਰ ਨਾ ਬਣਾਏ ਤਾਂ ਮਜ਼ਦੂਰਾਂ ਦੀ ਉਸ ਦੀ ਮਿਹਨਤ ਵਿਅਰਥ ਹੈ। ਜੇਕਰ ਪ੍ਰਭੂ ਸ਼ਹਿਰ ਦੀ ਰਖਵਾਲੀ ਨਾ ਕਰੇ ਤਾਂ ਚੌਕੀਦਾਰ ਦਾ ਜਾਗਣਾ ਵਿਅਰਥ ਹੈ। ਰੋਟੀ ਪ੍ਰਾਪਤੀ ਲਈ ਰਾਤ ਦਿਨ ਮਿਹਨਤ ਕਰਨਾ ਵਿਅਰਥ ਹੈ, ਕਿਉਂਕਿ ਪ੍ਰਭੂ ਆਪਣੇ ਪਿਆਰ ਕਰਨ ਵਾਲਿਆਂ ਨੂੰ ਆਰਾਮ ਦਿੰਦਾ ਹੈ। ਬੱਚੇ ਪ੍ਰਭੂ ਦਾ ਵਰਦਾਨ ਹਨ। ਗਰਭ ਦਾ ਫਲ ਸੱਚਮੁੱਚ ਇੱਕ ਇਨਾਮ ਹੈ। ਮਨੁੱਖ ਦੀ ਜਵਾਨੀ ਦੇ ਬੱਚੇ ਸੂਰਜ ਵਰਗੇ ਹਨ। ਧਨ ਉਹ ਮਨੁੱਖ ਹੈ ਜਿਸ ਦਾ ਤਰਕਸ਼ ਉਹਨਾਂ ਨਾਲ ਭਰਿਆ ਹੋਇਆ ਹੈ। ਉਸ ਨੂੰ ਆਪਣੇ ਬੈਰੀਆਂ ਨੂੰ ਮਿਲਣ ਸਮੇਂ ਸ਼ਰਮਿੰਦਿਆ ਨਹੀਂ ਹੋਣਾ ਪਵੇਗਾ। ਸੋ ਇੱਥੇ ਅਸੀਂ ਕੀ ਦੇਖਦੇ ਪਏ ਹਾਂ? ਅਸੀਂ ਇਹ ਦੇਖਦੇ ਪਏ ਕਿ ਕਿਸ ਤਰ੍ਹਾਂ ਅਦੋਨੀਆ ਨੂੰ ਸ਼ਰਮਿੰਦਾ ਹੋਣਾ ਪਿਆ। ਜੇ ਪ੍ਰਭੂ ਨਾ ਬਣਾਵੇ ਤਾਂ ਬਣ ਨਹੀਂ ਸਕਦਾ। ਯੋਆਬ ਨੇ ਸਾਰਿਆਂ ਨੇ ਰਲ ਕੇ ਉਹਨੂੰ ਰਾਜਾ ਤਾਂ ਬਣਾਤਾ, ਪਰ ਬਣਿਆ ਨਹੀਂ ਰਿਹਾ। ਉਹਦਾ ਰਾਜ ਪਾੜ ਇੱਕ ਦਿਨ ਚ ਹੀ ਖਤਮ ਹੋ ਗਿਆ ਸਾਰਾ ਕੁਛ। ਇੱਕ ਦਿਨ ਵੀ ਨਹੀਂ, ਇੱਕ ਦਿਨ ਦਾ ਵੀ ਰਾਜਾ ਨਹੀਂ ਉਹ ਰਹਿ ਸਕਿਆ, ਨਕਲੀ ਰਾਜਾ ਵੀ ਨਹੀਂ ਰਹਿ ਸਕਿਆ।
ਅਗਰ ਪ੍ਰਭੂ ਨਾ ਕੁਛ ਕਰੇ ਤੇ ਕੁਛ ਨਹੀਂ ਹੁੰਦਾ। ਸਭ ਕੁਝ ਉਸ ਵੇਲੇ ਹੁੰਦਾ ਜਿਸ ਵੇਲੇ ਪ੍ਰਭੂ ਕਰਦਾ। ਸੋ ਪ੍ਰਭੂ ਨੇ ਉਸ ਨੂੰ ਰਾਜਾ ਬਣਾਇਆ, ਸੁਲੇਮਾਨ। ਸੋ ਦਾਊਦ ਨੇ ਆਪਣੀਆਂ ਸਾਰੀਆਂ ਇੰਸਟਰਕਸ਼ਨਸ ਜਿੰਨੀਆਂ ਸੀ ਸਾਰੀਆਂ ਉਸ ਨੂੰ ਦੇ ਦਿੱਤੀਆਂ। ਦੇਣ ਤੋਂ ਬਾਅਦ ਉਸਨੇ ਦੱਸ ਦਿੱਤਾ ਕਿ ਤੈਨੂੰ ਕੀ ਕਰਨਾ ਪੈਣਾ ਆ ਔਰ ਤੈਨੂੰ ਕੀ ਕਰਨਾ ਚਾਹੀਦਾ ਆ, ਇਹ ਸਾਰੀਆਂ ਕੰਮ ਕਰ ਲਈ। ਹੁਣ ਦਾਊਦ ਦਾ ਇੱਕ ਆਖਰੀ ਭਜਨ ਇੱਥੇ ਆਉਂਦਾ, ਜ਼ਬੂਰ 138, Psalm 138। ਮੈਂ ਪੜ੍ਹਦੀ ਨਹੀਂ ਬਸ। ਪ੍ਰਭੂ ਦੇ ਪਵਿੱਤਰ ਥਾਂ ਦੀ ਮਹਿਮਾ। ਹੇ ਪ੍ਰਭੂ, ਦਾਊਦ ਦੀ ਖਾਤਰ ਤੂੰ ਉਸਦੇ ਸਹੇ ਹੋਏ ਦੁੱਖਾਂ ਨੂੰ ਚੇਤੇ ਰੱਖ। ਉਸਨੇ ਕਿਸ ਤਰ੍ਹਾਂ ਤੇਰੇ ਸਾਹਮਣੇ ਸਹੁੰ ਚੁੱਕੀ ਅਤੇ ਇਜ਼ਰਾਈਲ ਦੇ ਸ਼ਕਤੀਸ਼ਾਲੀ ਪਰਮੇਸ਼ਵਰ ਨਾਲ ਪ੍ਰਤਿੱਗਿਆ ਕੀਤੀ, ਮੈਂ ਆਪਣੇ ਘਰ ਦੇ ਅੰਦਰ ਨਹੀਂ ਜਾਵਾਂਗਾ ਅਤੇ ਨਾ ਹੀ ਆਪਣੇ ਬਿਸਤਰੇ ਤੇ ਲੇਟਾਂਗਾ, ਨਾ ਮੈਂ ਆਰਾਮ ਕਰਾਂਗਾ ਨਾ ਹੀ ਸੌਵਾਂਗਾ, ਜਦੋਂ ਤੱਕ ਮੈਂ ਪ੍ਰਭੂ ਦੇ ਰਹਿਣ ਲਈ ਥਾਂ ਨਾ ਬਣਾ ਲਵਾਂ, ਅਰਥਾਤ ਇਜ਼ਰਾਈਲ ਦੇ ਸ਼ਕਤੀਸ਼ਾਲੀ ਪਰਮੇਸ਼ਵਰ ਦੇ ਰਹਿਣ ਦੀ ਥਾਂ। ਤਦ ਉਹ ਸਾਨੂੰ ਅਫਰਥਾ ਦੀ ਥਾਂ ਤੇ ਯਾਰ ਖੇਤ ਵਿੱਚ ਲੱਭ ਪਿਆ। ਤਦ ਅਸੀਂ ਕਿਹਾ, ਆਓ ਅਸੀਂ ਉਸਦੀ ਰਹਿਣ ਦੀ ਥਾਂ ਤੇ ਜਾਈਏ ਅਤੇ ਉਸਦੇ ਚਰਨਾਂ ਵਿੱਚ ਬੈਠ ਕੇ ਉਸਦੀ ਉਪਾਸਨਾ ਕਰੀਏ। ਹੇ ਪ੍ਰਭੂ, ਉੱਠ ਅਤੇ ਆਪਣੀ ਸ਼ਕਤੀ ਦੇ ਚਿੰਨ੍ਹ ਪਵਿੱਤਰ ਸੰਦੂਕ ਸਮੇਤ ਆਪਣੀ ਆਰਾਮ ਦੀ ਥਾਂ ਤੇ ਜਾ। ਤੇਰੇ ਪ੍ਰੋਹਤ ਸੱਚਾਈ ਦੇ ਬਿਸਤਰ ਪਹਿਨਣ ਅਤੇ ਤੇਰੇ ਭਗਤ ਖੁਸ਼ੀ ਦੇ ਨਾਅਰੇ ਮਾਰਨ। ਆਪਣੇ ਦਾਸ ਦਾਊਦ ਦੇ ਕਾਰਨ ਤੂੰ ਆਪਣੇ ਅਭਿਸ਼ੇਕਤ ਵੱਲੋਂ ਮੂੰਹ ਨਾ ਮੋੜ। ਪ੍ਰਭੂ ਨੇ ਦਾਊਦ ਨੂੰ ਵਚਨ ਦਿੱਤਾ ਜਿਸ ਨੂੰ ਉਹ ਹਰ ਹਾਲਤ ਵਿੱਚ ਪੂਰੀਆਂ ਕਰੇਗਾ। ਮੈਂ ਤੇਰੀ ਸੰਤਾਨ ਵਿੱਚੋਂ ਹੀ ਕਿਸੇ ਇੱਕ ਨੂੰ ਤੇਰੀ ਰਾਜਗੱਦੀ ਦੇਵਾਂਗਾ। ਜੇਕਰ ਤੇਰੀ ਸੰਤਾਨ ਮੇਰੇ ਨੇਮ ਅਤੇ ਮੇਰੀਆਂ ਸਾਖੀਆਂ ਜੋ ਮੈਂ ਉਹਨਾਂ ਨੂੰ ਸਿਖਾਵਾਂਗਾ ਦੀ ਪਾਲਣਾ ਕਰੇਗੀ, ਤਾਂ ਅੱਗੇ ਉਹਨਾਂ ਦੀ ਸੰਤਾਨ ਤੇਰੀ ਰਾਜਗੱਦੀ ਤੇ ਬੈਠੇਗੀ। ਪ੍ਰਭੂ ਨੇ ਸਿਯੋਨ ਨੂੰ ਚੁਣਿਆ ਕਿ ਉਸ ਨੂੰ ਆਪਣੇ ਰਹਿਣ ਦੀ ਥਾਂ ਬਣਾਏ। ਇਹ ਹਮੇਸ਼ਾ ਦੇ ਲਈ ਮੇਰੇ ਰਹਿਣ ਦੀ ਥਾਂ ਹੋਵੇਗੀ। ਆਪਣੀ ਇੱਛਾ ਅਨੁਸਾਰ ਮੈਂ ਇੱਥੇ ਹੀ ਰਹਾਂਗਾ। ਮੈਂ ਉਸਨੂੰ ਬਹੁਤਾਤ ਵਿੱਚ ਮਾਲਾਮਾਲ ਕਰਾਂਗਾ ਅਤੇ ਉਸਦੇ ਗਰੀਬਾਂ ਨੂੰ ਰੋਟੀ ਨਾਲ ਤ੍ਰਿਪਤ ਕਰਾਂਗਾ। ਉਸਦੇ ਪ੍ਰੋਹਤ ਮੁਕਤੀ ਦੇ ਵਸਤਰ ਪਹਿਨਣਗੇ ਅਤੇ ਉਸਦੇ ਭਗਤ ਖੁਸ਼ੀ ਦੇ ਨਾਅਰੇ ਮਾਰਨਗੇ। ਉੱਥੇ ਮੈਂ ਦਾਊਦ ਦੇ ਵੰਸ਼ ਦਾ ਸਿਰ ਉੱਚਾ ਕਰਾਂਗਾ ਅਤੇ ਉਸ ਵਿੱਚੋਂ ਆਪਣੇ ਅਭਿਸ਼ੇਕਤ ਲਈ ਜਗਮਗਾਉਂਦਾ ਦੀਵਾ ਪੈਦਾ ਕਰਾਂਗਾ। ਮੈਂ ਉਸਦੇ ਵੈਰੀਆਂ ਨੂੰ ਸ਼ਰਮਿੰਦਗੀ ਦੇ ਵਸਤਰ ਪਹਿਨਾਵਾਂਗਾ, ਪਰ ਉਸਦੇ ਸਿਰ ਉੱਤੇ ਉਸਦਾ ਤਾਜ ਚਮਕਾ ਮਾਰੇਗਾ। ਇੰਨਾ ਪਿਆਰਾ ਜ਼ਬੂਰ ਇਹ ਉਸਨੇ ਜਿਹੜਾ ਉਸਦੀ ਜ਼ਿੰਦਗੀ ਦਾ ਆਖਰੀ ਜ਼ਬੂਰ। ਔਰ ਹੁਣ ਇਸ ਤੋਂ ਬਾਅਦ ਦਾਊਦ ਘਰ ਚਲਾ ਗਿਆ। ਦਾਊਦ ਦਾ ਸਮਾਂ ਇਸ ਧਰਤੀ ਦੇ ਉੱਤੇ ਪੂਰਾ ਹੋ ਗਿਆ। ਸੋ ਆਓ ਅਸੀਂ ਦੋ ਹਿੱਸੇ ਇੱਥੇ ਦੇਖਾਂਗੇ। ਦੂਸਰਾ ਰਾਜਾ ਉਸਦੀ 10 ਤੋਂ ਲੈ ਕੇ 12 ਆਇਤ ਤੱਕ। ਜਿਸ ਨੂੰ ਮਿਲ ਜਾਏ ਪਾਸਟਰ ਜੀ ਪੜ੍ਹਨਾ ਦੂਸਰੇ ਰਾਜੇ ਦਾ 10 ਪੰਨਾ। ਹਾਂਜੀ ਪੰਨਾ 563 ਨਹੀਂ 495 ਪੈ ਦੂਸਰਾ ਰਾਜਾ। ਹਾਂਜੀ ਉਹਦਾ 10ਵਾਂ ਭਾਵ ਹੈ ਕਿ ਨਹੀਂ ਪਹਿਲਾ ਰਾਜਾ ਦੂਜਾ ਭਾਵ। ਆਮ ਸੌਰੀ ਮੈਂ ਪਹਿਲਾ ਰਾਜਾ ਦੂਸਰਾ ਭਾਵ ਔਰ ਉਸਦਾ ਅਸੀਂ 10 ਤੋਂ 12 3 ਆਇਤਾਂ। ਓਕੇ ਜੀ। ਦਾਊਦ ਦੀ ਮੌਤ। ਤਦ ਦਾਊਦ ਮਰ ਗਿਆ ਅਤੇ ਉਸ ਨੂੰ ਦਾਊਦ ਦੇ ਸ਼ਹਿਰ ਵਿੱਚ ਦਫਨਾ ਦਿੱਤਾ ਗਿਆ। ਉਸਨੇ ਇਸਰਾਇਲ ਉੱਤੇ 40 ਸਾਲਾਂ ਤੱਕ ਰਾਜ ਕੀਤਾ। 7 ਸਾਲ ਹਬਰੋਨ ਵਿੱਚ ਰਹਿ ਕੇ ਅਤੇ 33 ਸਾਲ ਯਰੂਸ਼ਲਮ ਵਿੱਚ। ਦਾਊਦ ਦੇ ਪਿੱਛੋਂ ਉਸਦਾ ਪੁੱਤਰ ਸੁਲੇਮਾਨ ਆਪਣੇ ਪਿਤਾ ਦੀ ਗੱਦੀ ਉੱਤੇ ਬੈਠਾ ਅਤੇ ਉਸ ਸਮੇਂ ਤੱਕ ਉਸਦਾ ਰਾਜ ਪੂਰੀ ਤਰ੍ਹਾਂ ਨਾਲ ਕਾਇਮ ਹੋ ਚੁੱਕਾ ਸੀ। ਸੋ ਦਾਊਦ ਜਦੋਂ ਪ੍ਰਭੂ ਦੇ ਕੋਲ ਗਿਆ, ਉਹ ਆਪਣੇ ਪੁੱਤਰ ਦੇ ਰਾਜ ਨੂੰ ਬਿਲਕੁਲ ਕਾਇਮ ਕਰਕੇ ਗਿਆ। ਬਿਲਕੁਲ ਹਰ ਪਾਸੇ ਤੋਂ ਉਸਦੇ ਰਾਜ ਨੂੰ ਉਹ ਕਾਇਮ ਕਰਕੇ ਗਿਆ। ਔਰ ਕੋਈ ਵੀ ਚੀਜ਼ ਐਸੀ ਨਹੀਂ ਰਹੀ ਕਿ ਜਿਹੜੀ ਉਸਦੇ ਪੁੱਤਰ ਦੇ ਰਸਤੇ ਦੇ ਵਿੱਚ ਆ ਸਕਦੀ ਸੀ। ਕੋਈ ਵੀ ਚੀਜ਼ ਐਸੀ ਨਹੀਂ ਜਿਹੜੀ ਉਹਦੇ ਪੁੱਤਰ ਦੇ ਰਸਤੇ ਦੇ ਵਿੱਚ ਆ ਸਕਦੀ ਸੀ। ਸੋ ਜਿਸ ਲਈ ਅਸੀਂ ਦੂਸਰਾ ਜ਼ਬੂਰ ਪੜ੍ਹਦੇ ਹਾਂ, ਦੂਸਰੇ ਜ਼ਬੂਰ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਆਉਂਦੀਆਂ, ਕਿਉਂਕਿ ਦੂਸਰੇ ਜ਼ਬੂਰ ਦੇ ਵਿੱਚ ਵੀ ਪ੍ਰਭੂ ਨੇ
अपना जिसले दाऊद दा राज कायम किया तो उसले उसने ਉਹ ਜ਼ਬੂਰ ਉੱਥੇ ਆਉਂਦਾ ਸੀਗਾ। बड़ा प्यारा जबूर है। लेट्स रीड इट अगेन। आओ दूसरा जबूर पढ़िए। मैं पढ़दी हूँ पास्टर जी। हाँ जी हाँ जी हाँ जी। 827 पेज। परमेश्वर ਦਾ ਚੁਣਿਆ ਰਾਜਾ। ਕੌਮਾਂ ਕਿਉਂ ਜੋਸ਼ ਵਿੱਚ ਆਈਆਂ ਹਨ, ਲੋਕ ਕਿਉਂ ਐਵੇਂ ਵਿਉਂਤਾ ਬਣਾ ਰਹੇ ਹਨ। ਪ੍ਰਭੂ ਅਤੇ ਉਸਦੇ ਚੁਣੇ ਰਾਜਾ ਦੇ ਵਿਰੁੱਧ ਧਰਤੀ ਦੇ ਰਾਜੇ ਉੱਠੇ ਹਨ। ਸ਼ਾਸਕ ਲੋਕ ਮਿਲ ਕੇ ਸਰਾਹਾਂ ਕਰ ਰਹੇ ਹਨ। ਉਹ ਕਹਿੰਦੇ ਹਨ, ਆਓ ਉਹਨਾਂ ਦੇ ਬੰਧਨ ਤੋੜ ਦਈਏ, ਆਓ ਉਹਨਾਂ ਦਾ ਅਧਿਕਾਰ ਆਪਣੇ ਉੱਤੇ ਖਤਮ ਕਰ ਦਈਏ। ਪਰ ਜੋ ਸਵਰਗ ਵਿੱਚ ਵਿਰਾਜਮਾਨ ਹੈ, ਉਹ ਉਹਨਾਂ ਉੱਤੇ ਹੱਸਦਾ ਹੈ, ਉਹ ਉਹਨਾਂ ਦਾ ਮਖੌਲ ਉਡਾਉਂਦਾ ਹੈ। ਉਹ ਗੁੱਸੇ ਵਿੱਚ ਉਹਨਾਂ ਨਾਲ ਬੋਲੇਗਾ, ਉਹ ਆਪਣੇ ਕ੍ਰੋਧ ਨਾਲ ਉਹਨਾਂ ਨੂੰ ਝਿੜਕੇਗਾ। ਉਹ ਉਹਨਾਂ ਨੂੰ ਕਹੇਗਾ, ਮੈਂ ਆਪਣੇ ਪਵਿੱਤਰ ਪਹਾੜ ਸਿਯੋਨ ਉੱਤੇ ਆਪਣੇ ਰਾਜਾ ਨੂੰ ਵਿਰਾਜਮਾਨ ਕਰ ਦਿੱਤਾ ਹੈ। ਮੈਂ ਪ੍ਰਭੂ ਦਾ ਫੈਸਲਾ ਸੁਣਾਵਾਂਗਾ। ਉਸਨੇ ਮੈਨੂੰ ਕਿਹਾ, ਤੂੰ ਮੇਰਾ ਪੁੱਤਰ ਹੈ, ਮੈਂ ਤੈਨੂੰ ਅੱਜ ਜਨਮ ਦਿੱਤਾ ਹੈ। ਤੂੰ ਮੈਥੋਂ ਮੰਗ, ਮੈਂ ਸਭ ਕੌਮਾਂ ਤੈਨੂੰ ਵਿਰਸੇ ਵਿੱਚ ਦੇਵਾਂਗਾ। ਮੈਂ ਸਭ ਧਰਤੀ ਤੇਰੇ ਅਧਿਕਾਰ ਵਿੱਚ ਦੇਵਾਂਗਾ। ਤੂੰ ਉਹਨਾਂ ਨੂੰ ਲੋਹੇ ਦੇ ਡੰਡੇ ਨਾਲ ਭੰਨ ਸੁੱਟੇਗਾ, ਤੂੰ ਉਹਨਾਂ ਨੂੰ ਕੁਮਹਾਰ ਦੇ ਕੱਚੇ ਭਾਂਡੇ ਵਾਂਗ ਤੋੜੇਗਾ। ਇਸ ਲਈ ਹੇ ਰਾਜਿਓ, ਤੁਸੀਂ ਬੁੱਧੀਮਾਨ ਬਣੋ, ਹੇ ਧਰਤੀ ਦੇ ਰੱਖਿਅਕੋ, ਤੁਸੀਂ ਸਮਝਦਾਰ ਬਣੋ। ਪ੍ਰਭੂ ਦੀ ਸੇਵਾ ਡਰਦੇ ਹੋਏ ਕਰੋ, ਕੰਬਦੇ ਹੋਏ ਆਨੰਦਿਤ ਹੋਵੋ। ਪੁੱਤਰ ਨੂੰ ਚੁੰਮੋ, ਨਹੀਂ ਤਾਂ ਉਹ ਕ੍ਰੋਧਿਤ ਹੋ ਸਕਦਾ ਹੈ। ਇਸ ਤਰ੍ਹਾਂ ਤੁਸੀਂ ਨਾਸ਼ ਹੋ ਸਕਦੇ ਹੋ, ਕਿਉਂਕਿ ਉਸ ਦਾ ਕ੍ਰੋਧ ਛੇਤੀ ਹੀ ਭੜਕ ਉੱਠਦਾ ਹੈ। ਉਹ ਲੋਕ ਖੁਸ਼ ਰਹਿੰਦੇ ਹਨ ਜੋ ਆਪਣਾ ਭਰੋਸਾ ਉਸ ਤੇ ਰੱਖਦੇ ਹਨ। ਪੁੱਤਰ ਨੂੰ ਚੁੰਮ। ਉਸਨੇ ਆਪਣਾ ਧਿਆਨ ਆਪਣੇ ਵੱਲੋਂ ਹਟਾ ਕੇ ਆਪਣੇ ਬੇਟੇ ਵੱਲ ਕਰ ਦਿੱਤਾ ਸਾਰਿਆਂ ਦਾ ਜਾਣ ਤੋਂ ਪਹਿਲਾਂ। ਇਹ ਦੁਨੀਆ ਦੇ ਰਾਜੇ ਜਦੋਂ ਮਰਦੇ ਆ ਨਾ, ਤੇ ਉਹ 3-3 ਦਿਨ ਏਦਾਂ ਟੋ ਕੇ ਦਿਖਦੇ ਵੀ ਕਿਤੇ ਹਾਲੇ ਸਾਹ ਤਾਂ ਨਹੀਂ ਇਹਦੇ ਵਿੱਚ ਆਉਂਦਾ, ਤੇ ਫੇਰ ਕਿਤੇ ਜਾ ਕੇ ਅਗਲਾ ਜਿਹੜਾ ਰਾਜਾ ਉਹ ਬਣਦਾ। ਘਰਾਂ ਦੇ ਵਿੱਚ ਲੜਾਈਆਂ ਹੁੰਦੀਆਂ, ਸਿਰ ਲੱਥ ਜਾਂਦੇ ਆ ਤੇ ਰਾਜਾ ਬਣਦਾ। ਲੇਕਿਨ ਦਾਊਦ ਨੂੰ ਪ੍ਰਭੂ ਨੇ ਉਹ ਸਮਾਂ ਦਿਖਾਇਆ, ਉਸ ਪਿਆਰੇ ਬਾਪ ਨੇ ਉਹ ਸਮਾਂ ਦਿਖਾਇਆ ਜੋ ਉਹਦਾ ਤੇ ਉਹਦੇ ਆਪਣੇ ਪੁੱਤਰ ਦੇ ਵਿੱਚ ਸੀ। ਇੰਨੀ ਵੱਡੀ ਬਰਕਤ ਉਸਨੇ ਦਾਊਦ ਨੂੰ ਦਿੱਤੀ। ਕਿਉਂ? ਦਾਊਦ ਨੇ ਸਿੰਪਲੀ ਪ੍ਰਭੂ ਦੇ ਵਿੱਚ ਭਰੋਸਾ ਰੱਖਿਆ। ਦੁੱਖਾਂ ਵਿੱਚ ਵੀ ਉਸਨੇ ਪ੍ਰਭੂ ਦੇ ਨਾਮ ਨੂੰ, ਪ੍ਰਭੂ ਦੇ ਕੋਲ ਰੋਇਆ, ਔਰ ਜਿਸ ਵੇਲੇ ਪ੍ਰਭੂ ਨੇ ਦੁੱਖਾਂ ਦੇ ਵਿੱਚੋਂ ਕੱਢਿਆ ਤੇ ਉਸਨੇ ਪ੍ਰਭੂ ਦੇ ਨਾਮ ਦੀ ਜੈ ਜੈਕਾਰ ਕੀਤੀ। ਪ੍ਰਭੂ ਤੋਂ ਇਲਾਵਾ ਉਸ ਦਾ ਕੁਛ ਨਹੀਂ ਸੀ। ਔਰ ਅੰਤ ਦੇ ਵਿੱਚ ਅਸੀਂ ਇਹ ਵੀ ਦੇਖ ਲਿਆ ਕਿ ਉਸਦਾ ਜਿਹੜਾ ਸਾਰੇ ਦਾ ਸਾਰਾ ਜਿਹੜਾ ਧਨ ਵੀ ਸੀ, ਆਪਣਾ ਨਿੱਜੀ ਧਨ ਵੀ ਸੀ, ਉਹ ਵੀ ਉਸਨੇ ਪ੍ਰਭੂ ਦੇ ਲਈ ਛੱਡ ਦਿੱਤਾ। ਔਰ ਪ੍ਰਭੂ ਨੇ ਵੀ ਉਸਨੂੰ ਦੋਨਾਂ ਹੱਥਾਂ ਦੇ ਨਾਲ ਦਿੱਤਾ, ਸਵਰਗ ਦੀਆਂ ਖਿੜਕੀਆਂ ਖੋਲ ਕੇ ਦਿੱਤਾ, ਸਭ ਕੁਝ ਦਿੱਤਾ। ਔਰ ਇਸ ਕਰਕੇ ਕਿਹਾ ਜਾਂਦਾ ਕਿ ਤੁਹਾਨੂੰ ਉਹ ਲੋਕ ਆ ਜਿਹੜੇ ਪ੍ਰਭੂ ਤੇ ਭਰੋਸਾ ਰੱਖਦੇ, ਜਿਹੜੇ ਪ੍ਰਭੂ ਤੇ ਭਰੋਸਾ ਰੱਖਦੇ। ਆਪਣਾ ਭਰੋਸਾ ਪ੍ਰਭੂ ਤੇ ਰੱਖੋ। ਜੇ ਦੁੱਖ ਦੇ ਵਿੱਚ ਵੀ ਅਸੀਂ ਲੰਘਦੇ ਪਏ ਹਾਂ ਔਰ ਅਸੀਂ ਆਪਣੇ ਆਪ ਦੇ ਉੱਤੇ ਸਟ੍ਰੈਸ ਪਾ ਲਈ ਆ, ਸਾਰਾ ਕੁਝ ਕਰ ਲਿਆ, ਅੱਜ ਤੱਕ ਤਾਂ ਮੈਨੂੰ ਪਤਾ ਨਹੀਂ ਲੱਗਾ ਕਿ ਸਟ੍ਰੈਸ ਦੇ ਨਾਲ ਕੋਈ ਚੀਜ਼ ਸੋਲਵ ਹੋਈ ਹੈ। ਬਲਕਿ ਸਾਡੀ ਆਪਣੀ ਸਿਹਤ ਜ਼ਰੂਰ ਖਰਾਬ ਹੋ ਜਾਏਗੀ। ਹੁਣ ਉਸ ਹਾਲਾਤ ਦੇ ਨਾਲ ਨਾਲ ਇੱਕ ਮੁਸੀਬਤ ਅਸੀਂ ਹੋਰ ਸਹੇੜ ਲਈ ਆ, ਜਿਹੜੀ ਸਾਡੀ ਆਪਣੀ ਸਿਹਤ ਦੇ ਉੱਤੇ। ਇਸ ਕਰਕੇ ਅਗਰ ਅਸੀਂ ਆਪਣਾ ਭਾਰ, ਜਿਸਨੇ ਕਿਹਾ ਕਿ ਤੂੰ ਆਪਣਾ ਭਾਰ ਮੈਨੂੰ ਦੇ ਦੇ, तो ਯਿਸੂ ਮਸੀਹ ਨੇ ਕਿਹਾ ਆਪਣਾ ਭਾਰ ਮੈਨੂੰ ਦੇ ਦੇ। ਇਹ ਭਾਰ ਤੇ ਬੋਝ ਦੇ ਥੱਲੇ ਦੱਬੇ ਹੋਏ ਲੋਕੋ, ਮੇਰੇ ਕੋਲ ਆਓ, ਮੈਂ ਤੁਹਾਨੂੰ ਆਰਾਮ ਦਊਂਗਾ। ਮੇਰਾ ਜੋੜਾ ਲਾ, ਮੇਰਾ ਭਾਰ ਹਲਕਾ ਔਰ ਮੇਰਾ ਜੋੜਾ ਸੌਖਾ ਹੈ, ਤੁਸੀਂ ਆਰਾਮ ਪਾਓ।
ਤੁਸੀਂ ਆਰਾਮ ਪਾਓਗੇ। ਇਹ ਸਿਰਫ ਪ੍ਰਭੂ ਦੇ ਸਕਦਾ, ਹੋਰ ਕੋਈ ਨਹੀਂ ਦੇ ਸਕਦਾ। ਜਿੰਨਾ ਮਰਜੀ ਅਸੀਂ ਦੌੜ ਲਈਏ, ਜਿੰਨੇ ਮਰਜੀ ਅਸੀਂ ਲੋਕਾਂ ਤੋਂ ਆਪਣੇ ਉੱਤੇ ਹੱਥ ਰਖਾ ਲਈਏ, ਕੋਈ ਫਰਕ ਨਹੀਂ ਪੈਂਦਾ। ਇਹ ਨਿੱਜੀ ਰਿਸ਼ਤਾ ਆ। ਸਾਨੂੰ ਬੁਰੀਆਂ ਆਦਤਾਂ ਪਈਆਂ ਆ। ਅਸੀਂ ਜਿੱਥੋਂ ਆਏ ਆ, ਕੋਈ ਮਾੜੀ ਜੀ ਗੱਲ ਹੋ ਜਾਂਦੀ, ਲੱਭੋ ਸਿਆਣੀ, ਲੱਭੋ ਇਹਨੂੰ, ਲੱਭੋ। ਇੱਕ ਬਾਬੇ ਤੋਂ ਗੱਲ ਨਹੀਂ ਬਣਦੀ, ਚਲੋ ਦੂਜੇ ਤੋਂ, ਚਲੋ ਤੀਜੇ ਤੋਂ, ਜਿੱਥੇ ਕਿਸੇ ਨੇ ਕਹਿਤਾ ਦੌੜ ਜਾਓ। ਸੋ ਅਸੀਂ ਮਸੀਹਤ ਦੇ ਵਿੱਚ ਆ ਕੇ ਪਾਦਰੀਆਂ ਦੇ ਪਿੱਛੇ ਦੌੜਨਾ ਸ਼ੁਰੂ ਕਰਤਾ। You don't have to. ਪਾਦਰੀ ਮੀਡੀਏਟਰ ਵੀ ਨਹੀਂ ਗੇ, ਮਿਡਲਮੈਨ ਵੀ ਨਹੀਂ ਗੇ। ਮੈਂ ਓਨਾ ਹੀ ਪ੍ਰਭੂ ਦੇ ਮੋਹਰੇ ਇੱਕ ਤਰ੍ਹਾਂ ਦਾ ਤੁਸੀਂ ਕਹ ਲਓ ਮੰਗਤਾ ਆ, ਜਿੰਨਾ ਸਾਰੀ ਬਾਕੀ ਦੀ। ਮੇਰੀ ਜਿਹੜੀ ਜੌਬ ਅੱਜ ਕੱਲ ਸਮਾਂ ਬਦਲ ਗਿਆ ਹੈ। ਆਖਰੀ ਦਿਨ ਚੋਂ ਆਖਰੀ ਦਿਨਾਂ ਦੇ ਵਿੱਚ ਪ੍ਰਭੂ ਯਿਸੂ ਮਸੀਹ ਨੇ ਵੀ ਕਿਹਾ ਸੀ ਕਿ ਏਦਾਂ ਦਾ ਸਮਾਂ ਆਏਗਾ, ਏਦਾਂ ਹੋਏਗਾ ਕਿ ਅੱਜ ਕੱਲ ਬਹੁਤ ਸਾਰੇ ਮੇਰੇ ਵਰਗੇ ਬੇਵਕੂਫ ਲੋਕਾਂ ਦੀਆਂ ਅੱਖਾਂ ਆਪਣੇ ਉੱਤੇ ਲਾ ਰਹੇ। ਉਹਦੇ ਨਾਲ ਕੀ ਹੋ ਰਿਹਾ? ਪ੍ਰਭੂ ਦੇ ਲੋਕ ਕੱਚੇ ਪੈ ਰਹੇ। ਉਹਨਾਂ ਨੂੰ ਪ੍ਰਭੂ ਦੇ ਕੋਲ ਜਾਣਾ ਹੀ ਨਹੀਂ ਆਉਂਦਾ, ਕਿਉਂਕਿ ਮੈਂ ਜੋ ਮਿਡਲਮੈਨ ਹੈਗਾ, ਮੈਂ ਜੋ ਮੱਝ ਰਸਤੇ 'ਚ ਬੈਠੀ ਹਾਂ। ਸਾਡੇ ਪਾਸਟਰ ਨੇ ਕਹਾਣੀ ਸੁਣਾਉਂਦੇ ਹੁੰਦੇ ਆ ਕਿ ਰਾਜਸਥਾਨ ਦੇ ਵਿੱਚ ਨਹਿਰਾਂ ਦੇ ਰਾਹੀਂ ਪਾਣੀ ਦਿੱਤਾ ਜਾਂਦਾ। ਸੋ ਜਿਸ ਵੇਲੇ ਤੁਹਾਡੀ ਵਾਰੀ ਆਉਂਦੀ ਆ, ਟਾਈਮ ਤੁਹਾਨੂੰ ਦਿੱਤਾ ਜਾਂਦਾ ਤੇ ਫਿਰ ਪਾਣੀ ਛੱਡਿਆ ਜਾਂਦਾ ਤੇ ਫਿਰ ਉਹ ਤੁਹਾਡੀ ਆਲ ਥਾਣੀ ਆ ਕੇ ਤੁਹਾਡੇ ਖੇਤਾਂ ਨੂੰ ਪਾਣੀ ਆਉਂਦਾ। ਕਿਸੇ ਦੀ ਵਾਰੀ ਲੱਗੀ ਹੋਈ ਸੀ, ਟਾਈਮ ਹੋਇਆ, ਪਾਣੀ ਛੱਡਿਆ, ਪਰ ਪਾਣੀ ਪਹੁੰਚਿਆ ਨਹੀਂ। ਉਸਨੇ ਉਸਨੂੰ ਕਿਹਾ ਵੀ ਪਾਣੀ ਛੱਡਿਆ ਵੀ ਆ, ਕਹਿੰਦਾ ਛੱਡਿਆ ਆ, ਕਹਿੰਦਾ ਪਹੁੰਚਿਆ ਕਿਉਂ ਨਹੀਂ? ਜਿਹੜੇ ਰਸਤੇ 'ਚ ਗਿਆ ਤੇ ਰਸਤੇ ਰਾਹ ਦੇ ਵਿੱਚ ਮੱਝ ਬੈਠੀ ਹੋਈ ਸੀ। ਉਹ ਮੇਰੇ ਵਰਗਾ ਮੱਝ ਬਣ ਕੇ ਪੈ ਜਾਂਦਾ। ਮੇਰੇ ਵਰਗਾ ਮੱਝ ਬਣ ਕੇ ਬਹਿੰਦਾ ਨਹੀਂ, ਮੇਰੇ ਵਰਗੇ ਨੂੰ ਮੱਝ ਬਣਾ ਕੇ ਬਿਠਾ ਦਿੱਤਾ ਜਾਂਦਾ, ਕਿਉਂਕਿ ਸਾਨੂੰ ਪੁਰਾਣੀਆਂ ਗੰਦੀਆਂ ਆਦਤਾਂ ਪਈਆਂ। ਇਟ ਇਜ਼ ਅ ਪ੍ਰੈਕਟਿਸ। ਜਿਹੜੀ ਪ੍ਰਭੂ ਦੇ ਕੋਲ ਆਪ ਜਾਣਾ ਨਾ, ਇੱਕ ਪ੍ਰੈਕਟਿਸ ਆ। ਔਰ ਫਿਰ ਇਹ ਜਿੱਦਾਂ ਉਹ ਅਮਲੀ ਨੂੰ ਟੋਟ ਲੱਗਦੀ ਆ ਨਾ, ਫਿਰ ਇਹ ਜਿਹੜੀ ਪ੍ਰੈਕਟਿਸ ਆ ਇਹ ਏਦਾਂ ਹੋ ਜਾਂਦੀ, ਫਿਰ ਟੋਟ ਲੱਗਦੀ, ਫਿਰ ਕੁਛ ਕੀਤਾ ਨਹੀਂ। ਅੱਜ ਪ੍ਰਭੂ ਦੀ ਹਜ਼ੂਰੀ 'ਚ ਨਹੀਂ ਮੈਂ ਬੈਠਾ। ਬਹਿਰਾ ਤੋਂ ਮੇਰਾ ਹੈ ਨਹੀਂ ਗਾ, ਨਾ ਉਹ ਮੇਰਾ ਬਹਿਰਾ ਤੇ ਨਾ ਹੀ ਉਹ ਬਹਿਰਾ ਆ। ਬਹਿਰਾ ਹੁੰਦਾ ਜਿਹੜਾ ਵੀ ਉਹ ਕਹਿੰਦੇ ਨੇ ਕਾਕੇ ਚਾਹ ਲਿਆਈ, ਤੇ ਦੂਜਾ ਬਹਿਰਾ ਹੁੰਦਾ ਜਿਹਨੂੰ ਸੁਣਦਾ ਨਹੀਂ। ਹੁਣ ਜੇ ਉਹ ਅਸੀਂ ਕਹਿਤਾ ਵੀ ਉਹ ਭਈ ਫਟਾਫਟ ਕੰਮ ਕਰਦੀ, ਏਦਾਂ ਤਾਂ ਨਹੀਂ ਉਹ ਕਰਦਾ। ਸਾਡੀ ਜ਼ਿੰਦਗੀ ਨੂੰ ਉਹ ਬਣਾਉਂਦਾ। ਸਾਨੂੰ ਉਸਨੇ ਮੁਕਤੀ ਦਿੱਤੀ ਆ, ਆਪਣੇ ਬੇਟੇ ਦੀ ਜਾਨ ਦੇ ਕੇ ਸਰੀਰ ਦੇ ਉੱਤੇ ਸਾਨੂੰ ਜਾਨ ਦਿੱਤੀ ਆ ਉਸਨੇ। ਅਸੀਂ ਘਰ ਜਾ ਰਹੇ ਹਾਂ, ਕਿਤੇ ਬਾਕੀ ਦੇ ਫਿਊਨਰਲ ਅਟੈਂਡ ਕਰਕੇ ਦੇਖਿਓ, ਸੱਚਾਈ ਫਿਊਨਰਲ ਆ, ਜਨਮ ਨਹੀਂ। ਫਿਊਨਰਲ ਸੱਚਾਈ ਆ। ਉਹਨਾਂ ਨੂੰ ਕੁਛ ਨਹੀਂ ਪਤਾ ਹੁੰਦਾ ਵੀ ਇਹ ਕਿੱਥੇ ਗਿਆ। ਜੇ ਉੱਥੇ ਜਿਹੜਾ ਵੀ ਧਰਮ ਸ਼ਾਸਤਰੀ ਬੁਲਾਇਆ ਆ,
ਜੇ ਉਸਨੇ ਉਹਦੇ ਨਾਂ ਦੇ ਮੋਹਰੇ ਸਵਰਗਵਾਸੀ ਲਾਤਾ ਤੇ ਉਹਦਾ ਮਤਲਬ ਉਹ ਸਵਰਗ ਦੇ ਵਿੱਚ ਨਹੀਂ ਗਿਆ, ਕਿਉਂਕਿ ਉਹਦੀ ਜੱਜਮੈਂਟ ਉੱਥੋਂ ਫਿਊਨਰਲ ਤੋਂ ਉੱਠਣ ਤੋਂ ਬਾਅਦ ਅਸੀਂ ਆਪ ਹੀ ਕਰ ਦਿੰਦੇ ਹਾਂ। ਜਿਹੜੇ ਉੱਠ ਕੇ ਬਾਹਰ ਆਉਂਦੇ ਆ ਨਾ ਤੇ ਬਸ ਸ਼ੁਰੂ ਹੋ ਜਾਂਦੇ ਆ ਵੀ ਉਹਦੇ ਬਾਰੇ ਵੀ ਕਿਦਾਂ ਦਾ ਬੰਦਾ ਸੀ, ਗੁਨਾਹ ਉਹਦੇ ਗਿਣਨੇ ਸ਼ੁਰੂ ਕਰ ਦਿੰਦੇ ਆ। ਗੁਨਾਹਾਂ ਦੇ ਲਈ ਸਿਰਫ ਇੱਕ ਨੇ ਸਲੀਬ ਦੇ ਉੱਤੇ ਆਪਣੀ ਜਾਨ ਦਿੱਤੀ ਹੈ ਤੇ ਅਸੀਂ ਮਾਫ ਹੋਏ ਹਾਂ। ਉਹਦੇ ਕੋਲ ਜਾਣਾ ਸਿੱਖੋ, ਆਪ ਜਾਣਾ ਸਿੱਖੋ। ਦਾਊਦ ਦੀ ਸਾਰੀ ਜ਼ਿੰਦਗੀ ਦੀ ਸੱਚਾਈ ਇਹ ਆ ਕਿ ਦਾਊਦ ਨੇ ਕਦੀ ਵੀ ਗੱਬੇ ਬੰਦਾ ਨਹੀਂ ਪਾਇਆ। ਨਥਾਨ ਨਬੀ ਨੇ ਆ ਕੇ ਉਹਦੇ ਤੇ ਉਂਗਲ ਚੁੱਕੀ, ਉਸਨੇ ਨਥਾਨ ਨੂੰ ਕੱਖ ਨਹੀਂ ਕਿਹਾ। ਉਸਨੇ ਨਥਾਨ ਨੂੰ ਇਹ ਨਹੀਂ ਕਿਹਾ ਕਿ ਮੈਂ ਗਲਤੀ ਕੀਤੀ ਆ। ਨਥਾਨ ਨੂੰ ਸਿਰਫ ਉਸਨੇ ਇਹ ਚੀਜ਼ ਕਹੀ ਹੈ, ਮੇਰੇ ਤੋਂ ਪਾਪ ਹੋਇਆ, ਔਰ ਬਸ। ਉਸਨੇ ਨਥਾਨ ਨੂੰ ਕੋਈ ਬਲੀ ਦੇਣ ਦੇ ਲਈ ਨਹੀਂ ਕਿਹਾ, ਕੁਛ ਨਹੀਂ ਕਿਹਾ। ਉਹ ਸਿੱਧਾ ਪ੍ਰਭੂ ਦੇ ਘਰ ਗਿਆ। ਉੱਥੇ ਜਾ ਕੇ ਉਹ ਪਿੱਟਿਆ ਕਿ ਹਾਂ ਮੇਰੇ ਤੋਂ ਪਾਪ ਹੋਇਆ, ਹਾਂ ਮੇਰੇ ਤੋਂ ਪਾਪ ਹੋਇਆ। ਔਰ ਪ੍ਰਭੂ ਨੇ ਉੱਥੇ ਰਹਿਮ ਕੀਤੇ, ਔਰ ਪ੍ਰਭੂ ਨੇ ਉਸਨੂੰ ਦੇਖੋ, ਦਾਊਦ ਨੇ ਬੜੀ ਭੈੜੀ ਆਪਣੇ ਆਪ ਨੂੰ ਸਜ਼ਾ ਦਿੱਤੀ ਸੀ। ਜਿਹੜੇ ਨਥਾਨ ਉਸਦੇ ਕੋਲ ਆਇਆ ਸੀ, ਬੜੀ ਭਾਰੀ ਸਜ਼ਾ ਦਿੱਤੀ ਸੀ, ਲੇਕਿਨ ਦੇਖੋ ਪ੍ਰਭੂ ਨੇ ਫਿਰ ਵੀ ਉਹਦੇ ਵਿੱਚ ਦਇਆ ਕੀਤੀ ਆ। ਦੇਖੋ ਕਿੰਨਾ ਦਿਆਲੂ ਆ, ਕਿਰਪਾਲੂ ਆ, ਗੁੱਸਾ ਕਰਨ ਦੇ ਵਿੱਚ ਮੱਠਾ ਆ। ਦਾਊਦ ਨੇ ਆਪਣੇ ਹੱਥਾਂ ਦੇ ਨਾਲ ਆਪਣੇ ਸਿਰ ਤੋਂ ਤਾਜ ਲਾ ਕੇ ਆਪਣੇ ਪੁੱਤਰ ਦੇ ਸਿਰ ਦੇ ਉੱਤੇ ਰੱਖਿਆ ਔਰ ਉਸਨੂੰ ਰਾਜਾ ਬਣਾਇਆ। ਔਰ ਝੁਕ ਕੇ ਉਹਦੇ ਮੂਹਰੇ ਉਸਨੇ ਪ੍ਰਣਾਮ ਕੀਤਾ, ਉਸਨੂੰ ਆਪਣਾ ਰਾਜਾ ਕਿਹਾ। ਇਹ ਉਹ ਪ੍ਰਭੂ ਆ ਜਿਹੜਾ ਮਾਫ ਕਰਦਾ, ਜਿਹੜਾ ਬਰਕਤਾਂ ਦਿੰਦਾ। ਪਰ ਇਹ ਬਰਕਤਾਂ ਮਿਲਦੀਆਂ ਉਹਨੂੰ ਆ ਜਿਹਨੂੰ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਜਾਣਾ ਆ ਜਾਂਦਾ। ਜਿਹੜਾ ਗਿਫਟਾਂ ਦੇ ਪਿੱਛੇ ਦੌੜਦਾ ਉਹਨਾਂ ਕੋਲ ਉਹਨੂੰ ਨਹੀਂ ਕੁਛ ਮਿਲਦਾ। ਉਹ ਤਾਂ ਐਵੇਂ ਦੌੜਾ ਫਿਰਦੇ ਰਹੋ, ਲਾਓ ਦੌੜਾਂ ਜਿਹੜੀਆਂ ਲਾਉਣੀਆਂ। ਇਹ ਉਸ ਬੰਦੇ ਨੂੰ ਮਿਲਦਾ ਜਿਹੜਾ ਉਸ ਦੀ ਹਜ਼ੂਰੀ ਨੂੰ ਲੱਭਦਾ। ਜਿਹੜਾ ਉਹਦੀ ਹਜ਼ੂਰੀ ਨੂੰ ਲੱਭਦਾ, ਜਿਹੜਾ ਉਹਦੀ ਨਜ਼ਦੀਕੀ ਨੂੰ ਲੱਭਦਾ, ਉਹਨੂੰ ਇਹ ਬਰਕਤਾਂ ਮਿਲਦੀਆਂ ਜੋ ਦਾਊਦ ਨੂੰ। ਮੇਰੀ ਦੁਆ ਇਹ ਆ ਆਪਣੇ ਸਾਰਿਆਂ ਦੇ ਲਈ, ਮੇਰੇ ਲਈ ਵੀ, ਕਿ ਪ੍ਰਭੂ ਸਾਨੂੰ ਆਪਣੀ ਨਜ਼ਦੀਕੀ ਲੱਭਣਾ ਸਿਖਾਏ, ਅਸੀਂ ਉਹਦੀ ਹਜ਼ੂਰੀ ਦੇ ਵਿੱਚ ਜਾਣਾ ਸਿੱਖੀਏ। Let us pray. ਆਓ ਦੁਆ ਕਰੀਏ। ਪ੍ਰਭੂ ਜੀ ਤੇਰਾ ਬਹੁਤ ਸ਼ੁਕਰ ਕਰਦੇ ਹਾਂ ਇਸ ਸਮੇਂ ਦੇ ਲਈ ਜੋ ਤੂੰ ਸਾਨੂੰ ਅੱਜ ਦਿੱਤਾ। ਪਿਆਰੇ ਪ੍ਰਭੂ, ਇਸੇ ਜਿਸ ਤਰ੍ਹਾਂ ਤੂੰ ਦਾਊਦ ਦੀ ਸੰਤਾਨ ਦੇ ਉੱਤੇ ਰਹਿਮ ਕੀਤੀ, ਇਸੇ ਤਰ੍ਹਾਂ ਤੂੰ ਸਾਡੀਆਂ ਸੰਤਾਨਾਂ ਤੇ ਵੀ ਰਹਿਮ ਕਰ। ਦਾਊਦ ਦੀ ਜ਼ਿੰਦਗੀ ਪ੍ਰਭੂ ਜੀ ਰਹਿਮ ਤੋਂ ਬਾਅਦ ਤੇਰੀ ਰਹਿਮ ਸੀ, ਪਰ ਉਸ ਦੀ ਜ਼ਿੰਦਗੀ ਵੀ ਪਿਆਰ ਤੋਂ ਬਾਅਦ ਤੇਰੇ ਨਾਲ ਪਿਆਰ ਸੀ। ਸੋ ਪਿਆਰੇ ਪ੍ਰਭੂ, ਸਾਨੂੰ ਚੀਜ਼ਾਂ ਦੇ ਲਈ ਪ੍ਰਭੂ ਦੇ ਕੋਲ ਜਾਣਾ ਨਹੀਂ, ਬਲਕਿ ਇਸ ਕਰਕੇ ਜਾਣਾ ਸਿਖਾ ਕੇ ਅਸੀਂ ਉਸ ਨੂੰ ਪਿਆਰ ਕਰਦੇ। ਸਾਡੇ ਅੰਦਰ ਆਪਣੇ ਪਿਆਰੇ ਬਾਪ ਦੇ ਲਈ, ਪ੍ਰਭੂ ਯਿਸੂ ਮਸੀਹ ਦੇ ਲਈ ਪਿਆਰ ਪਾ। ਸੰਗਤ, ਉਹਦੀ ਸੰਗਤ ਕਰਨ ਦੇ ਲਈ ਇੱਕ ਤਰਸ ਪਾ ਸਾਡੇ ਅੰਦਰ, ਅੱਗ ਪਾ, ਭੁੱਖ ਪਾ, ਤਾਂ ਕਿ ਅਸੀਂ ਆਪਣੇ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਜਾਈਏ ਔਰ ਉੱਥੋਂ ਮਾਲਾ ਮਾਲ ਹੋ ਕੇ ਆਈਏ, ਆਤਮਿਕ ਤੌਰ ਤੇ, ਸਰੀਰਕ ਤੌਰ ਤੇ, ਮਾਨਸਿਕ ਤੌਰ ਤੇ ਬਰਕਤਾਂ ਲੈ ਕੇ ਆਈਏ। ਪਿਆਰੇ ਪ੍ਰਭੂ, ਜਦ ਤੱਕ ਅਸੀਂ ਦੁਆਰਾ ਮਿਲੀਏ, ਤੇਰੀ ਹਜ਼ੂਰੀ ਸਾਡੇ ਅੱਗੇ ਪਿੱਛੇ, ਸੱਜੇ ਖੱਬੇ, ਸਵਰਗ ਤੋਂ ਤੇਰੀ ਨਿਗਾਹਬਾਨੀ, ਅੰਦਰ ਤੇਰਾ ਪਵਿੱਤਰ ਆਤਮਾ, ਬੇਟੇ ਦਾ ਸਾਥ, ਪੈਰਾਂ ਦੇ ਵਿੱਚ ਛੋਟਾ ਰਸਤਾ।
ਔਰ ਸਾਡਾ ਮੂੰਹ ਤੇਰੇ ਘਰ ਵੱਲ ਨੂੰ ਰਹੇ। ਅਸੀਂ ਆਪਣੇ ਆਪ ਨੂੰ ਤੇਰੀ ਰਾਖੀ ਔਰ ਤੇਰੀ ਦਇਆ ਦੇ ਵਿੱਚ ਛੁਪਾਉਂਦੇ ਹਾਂ। ਮਸੀਹ ਯਿਸੂ ਦੇ ਮਿੱਠੇ ਔਰ ਪਿਆਰੇ ਨਾਮ 'ਚ ਮੰਗਦੇ ਹਾਂ। ਔਰ ਸਾਰੇ ਭੈਣ ਭਰਾ ਬਲੈਸ ਯੂ ਆਲ। ਕੱਲ ਨੂੰ ਮਿਲਾਂਗੇ। ਪ੍ਰਭੂ ਤੁਹਾਨੂੰ ਸਭ ਨੂੰ ਬਰਕਤ ਦੇ। ਔਰ ਕੱਲ ਨੂੰ ਅਸੀਂ ਕੁਛ ਕੁ ਚੀਜ਼ਾਂ ਐਸੀਆਂ ਦਾਊਦ ਦੀ ਜ਼ਿੰਦਗੀ ਦੇ ਬਾਰੇ ਦੇਖਾਂਗੇ ਜਿਹੜੀਆਂ ਸੱਚਮੁੱਚ ਬਰਕਤ ਆ। ਪ੍ਰਭੂ ਤੁਹਾਨੂੰ ਬਰਕਤ ਦੇ ਔਰ ਤੁਹਾਡੇ ਸਭ ਦੇ ਨਾਲ।